ਹੂ ਇਜ਼ ਜੋਜੋ? ਸਾਲੇ ਦੀ ਰਿਸ਼ਤੇਦਾਰੀ ਹੈ ਨਾ, ਇਹ ਤਾਂ ਮਜੀਠੀਆ ਨੇ ਜਮਾਂ ਫੇਲ ਕਰਕੇ ਰੱਖਤੀ ਕਿ ਜੋਜੋ ਦਾ ਕਰੈਕਟਰ ਇਹ ਰਹਿ ਗਿਆ ਹੁਣ ਕਿਸੇ ਸਿਆਸੀ ਲੀਡਰ ਦਾ ਸਾਲਾ ਹੋਣ ਦਾ ਐਂ ਨਾ ਪਾਪ ਹੈ। ਫਿਰ ਹੰਗਾਮਾ ਕਿਉਂ ਵਰਪਾ? ਉਹ ਮੇਰੇ ਤੋਂ ਸ਼ੁਰੂ ਹੁੰਦਾ ਮੇਰੀ ਮਾਲਾ ਜਪਦਾ ਰਹਿੰਦਾ ਹੈ। ਕਿਸੇ ਥੱਲੇ ਗੱਡੀ ਥੱਲੇ ਕੋਈ ਕੁੱਤਾ ਵੀ ਆ, ਕਹਿੰਦੇ ਜੋਜ ਨੇ ਮਾਰਤਾ। ਬਠਿੰਡਾ ਦੇ ਵਿੱਚ ਕਾਫੀ ਕੰਟਰੋਵਰਸੀ ਕ੍ਰੀਏਟ ਹੋਈ ਹੈ। ਪਿੱਛੇ ਜੇ ਤੁਹਾਨੂੰ ਯਾਦ ਹੋਏਗਾ ਕਿ ਬਠਿੰਡਾ ਦੇ ਸਾਬਕਾ ਐਮਐਲਏ ਜੋ ਅਕਾਲੀ ਦਲ ਤੋਂ ਸੀਗੇ ਸਰੂਪ ਚੰਦ ਸਿੰਗਲਾ ਨਾਲ ਮੇਰੀ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਕਈ ਸਵਾਲ ਚੁੱਕੇ ਸਨ। ਇੱਥੋਂ ਦੇ ਐਮਐਲਏ ਯਾਨੀ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਬੜੇ ਤਿੱਖੇ ਅਟੈਕ ਕੀਤੇ ਸੀ। ਸਭ ਤੋਂ ਵੱਧ ਚਰਚਾ ਹੋਈ ਸੀ, ਇੱਕ ਨਾਂ ਉੱਭਰਿਆ ਸੀ ਜੋਜੋ। ਸਭ ਤੋਂ ਪਹਿਲਾਂ ਤਾਂ ਇਹ ਪੁੱਛਾਂਗੇ ਜਾਂ ਜਾਣਾਂਗੇ ਕਿ ਇਹ ਜੋਜੋ ਕੌਣ ਹੈ। ਸੋ ਅੱਜ ਮੁਲਾਕਾਤ ਵੀ ਮੇਰੀ ਜੋਜੋ ਨਾਲ ਹੈ। ਜੋਜੋ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਡੇ ਸਾਰੇ ਵਿਊਅਰਸ ਨੂੰ ਮੇਰੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਇਹ ਜੋਜੋ, ਹੂ ਇਜ਼ ਜੋਜੋ? ਜੋਜੋ ਟੈਕਸ, ਜੋਜੋ ਇਹ, ਜੋਜੋ ਉਹ। ਇਹ ਤਾਂ ਸਭ ਤੋਂ ਪਹਿਲਾਂ ਸਵਰਨ ਜੀ, ਆਈ ਥਿੰਕ ਵੀ ਆਰ, ਤੁਸੀਂ ਮੈਨੂੰ 1980s ਦੇ ਜਾਣਦੇ ਹੋ ਜੀ, ਰਾਈਟ? ਸਾਡੀ ਫੈਮਿਲੀ ਨੂੰ ਵੀ ਜਾਣਦੇ ਹੋ। ਸਾਰਿਆਂ ਨੂੰ ਪਤਾ ਹੈ ਕਿ ਆਈ ਐਮ ਓਬਵੀਅਸਲੀ FM ਸਾਹਿਬ ਨਾਲ ਰਿਸ਼ਤਾ ਨਾਤਾ ਜੁੜਿਆ ਹੋਇਆ ਬਾਦਲ ਫੈਮਿਲੀ ਨਾਲ, ਇਸ ਕਰਕੇ ਨਾਮ ਵੀ ਮਸ਼ਹੂਰ ਹੋ ਜਾਂਦਾ ਹੈ। ਬਟ ਇਹ ਇੱਕ ਐਲੀਗੇਸ਼ਨ, ਤੁਸੀਂ ਜਿਵੇਂ ਕਹਿੰਦੇ ਹੋ ਕਿ ਹੂ ਇਜ਼ ਜੋਜੋ, ਕਾਂਗਰਸ ਦੇ ਵਰਕਰਸ ਨੂੰ ਪੁੱਛੋ ਇੱਥੇ, ਅਤੇ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ 'ਚ ਹੁੰਦੇ ਸੀ ਗਿੱਦੜਬਾਹਾ 'ਚ, ਉਹਨਾਂ ਨੂੰ ਪੁੱਛੋ ਕਿ ਮੈਂ ਕੌਣ ਸੀਗਾ, ਕਿਉਂਕਿ ਵਰਕਰਸ ਹੀ ਦੱਸਣਗੇ। ਪਰ ਜੋਜੋ ਬੜਾ ਡਰਾਵਣਾ ਜਿਹਾ ਨਾਂ ਪੇਸ਼ ਕੀਤਾ ਜਾ ਰਿਹਾ ਵੀ ਜੋਜੋ ਜੋ ਕਹਿੰਦਾ ਕਾਨੂੰਨ ਬਣ ਜਾਂਦਾ ਹੈ। ਆਈ ਐਮ ਅ ਸੌਫਟ ਟਾਰਗੇਟ ਜੀ ਫॉर FM ਸਾਹਿਬ, ਕਿ FM ਸਾਹਿਬ ਦੇ ਉੱਤੇ ਕੋਈ ਐਲੀਗੇਸ਼ਨ ਲਾਉਣਾ ਤਾਂ ਇੱਕ ਸੌਫਟ ਟਾਰਗੇਟ ਹੁੰਦਾ। ਇੱਕ ਇਹ ਰਿਸ਼ਤੇਦਾਰੀ ਸਵਰਨ ਜੀ ਤੁਹਾਨੂੰ ਪਤਾ ਹੀ ਹੈ, ਅਤੇ ਇਹਦੇ 'ਚ ਮੈਂ ਜ਼ਿਆਦਾ ਜ਼ਿੰਮੇਵਾਰ ਤੁਹਾਨੂੰ ਠਹਿਰਾਉਣਾ ਕਿ ਸਵਰਨ ਸਿੰਘ ਦਾਨੇ ਵਾਲੀਆਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਮਸ਼ਹੂਰ ਕੀਤਾ ਸੀ ਉਦੋਂ ਪੰਜਾਬ ਟੁਡੇ ਦੇ ਵਿੱਚ। ਤੁਸੀਂ ਇਲੀਗਲ ਮਾਈਨਸ, ਅਤੇ ਇਹ ਜਿਹੜੀ ਸਾਲੇ ਦੀ ਰਿਸ਼ਤੇਦਾਰੀ ਆ ਨਾ, ਇਹ ਤਾਂ ਮਜੀਠੀਆ ਨੇ ਜਮਾਂ ਫੇਲ ਕਰਕੇ ਰੱਖਤੀ। ਹੁਣ ਕਿਸੇ ਸਿਆਸੀ ਲੀਡਰ ਦਾ ਸਾਲਾ ਹੋਣ ਦਾ ਐਂ ਨਾ ਪਾਪ ਹੈ ਵੀ ਇਹ ਦੂਜਾ ਮਜੀਠੀਆ ਬਣੂਗਾ ਜੀ। ਸੋ ਖਾਸ ਕਰਕੇ ਬਾਦਲ ਫੈਮਿਲੀ ਦੇ ਨਾਲ ਤਾਂ, ਕਿਉਂਕਿ ਯੂ ਬਿਲੋਂਗ ਟੂ ਮਨਪ੍ਰੀਤ ਸਿੰਘ ਬਾਦਲ ਐਂਡ ਹੀ ਬਿਲੋਂਗਸ ਟੂ ਸੁਖਬੀਰ ਬਾਦਲ ਜੀ। ਸੋ ਗੱਲ ਮਸ਼ਹੂਰ ਵੀ 2 ਸਾਲਾਂ ਤੋਂ ਹੀ ਚੱਲੀ ਪੰਜਾਬ ਦੀ ਸਿਆਸਤ। ਜੇਕਰ ਗੱਲ ਕਰੀਏ ਤਾਂ ਉੱਥੇ ਵੀ 2 ਸਾਲਾਂ ਦੀ ਹੁੰਦੀ ਹੈ ਜੀ। ਸੋ ਵਾਕਿਆ ਵੈਸੇ ਸਾਲਾ ਤਾਂ ਉਹੀ ਨੀਵੇਂ ਥਾਂ ਤੇ ਹੁੰਦਾ, ਕਹਿ ਵੀ ਦਿੰਦੇ ਆਪਾਂ ਜੋ ਆਪਣੇ ਭਾਈਚਾਰੇ ਦੇ ਵਿੱਚ ਹੈ ਜਿਵੇਂ। ਪਰ ਜੈਜੀਤ ਜੌਹਲ ਇਹ ਕੰਟਰੋਵਰਸੀ 'ਚ ਕਿਉਂ ਆ ਰਿਹਾ ਵਾਰ-ਵਾਰ, ਕਿਉਂ ਕੰਟਰੋਵਰਸੀ 'ਚ ਹੈ? ਜੇਕਰ ਗੱਲ ਕਰੀਏ ਜੀ, ਇਹ ਕੱਲ੍ਹ ਹੁਣ ਪਰਸੋਂ ਚੌਥੇ ਤੁਸੀਂ ਦੇਖਿਆ ਹੋਣਾ ਬਠਿੰਡੇ ਦੇ ਵਿੱਚ ਟੈਂਕੀ ਦੇ ਉੱਤੇ ਬੰਦੇ ਚੜ੍ਹ ਗਏ ਜੀ, ਉਹ ਵੀ ਜੋਜੋ ਦਾ ਨਾਂ ਲੈ ਰਹੇ ਨੇ ਜੀ। ਜੇ ਕਿਤੇ ਕਿਸੇ ਨਾਲ ਧੱਕਾ ਹੋ ਗਿਆ ਤਾਂ ਵੀ ਜੋਜੋ ਹੈ। ਲੋਟਰੀਆਂ ਦੀ ਗੱਲ ਕਰੀਏ ਤਾਂ ਵੀ ਜੋਜੋ ਹੈ। ਇਹ ਕਿਉਂ? ਉਸ ਦਿਨ ਜਿਹੜੀ ਇੰਟਰਵਿਊ ਹੋਈ ਉਹਦੇ 'ਚ ਸਰੂਪ ਜੀ ਨੇ ਆਈ ਥਿੰਕ 15-16 ਪੁਆਇੰਟਸ 'ਤੇ ਇਹਨਾਂ ਨੇ ਇਸ਼ੂ ਉਠਾਇਆ। ਮਤਲਬ ਚੰਗੀ ਤਰ੍ਹਾਂ ਦੇਖੀ ਹੈ ਬੜੇ ਧਿਆਨ ਨਾਲ, ਇੱਕ ਵਰਡ, ਕਿਉਂਕਿ ਉਹਦਾ ਜਵਾਬ, ਕਿਉਂਕਿ ਮੈਂ ਕਿਹਾ ਸੀਗਾ ਮੈਂ ਤੁਹਾਡੇ ਕੋਲੇ ਆਊਂਗਾ ਸਵਾਲ। ਤੇ ਫਿਰ ਜਦੋਂ ਦਾਨੇ ਵਾਲੇ ਸਾਹਿਬ ਨੇ ਇੰਟਰਵਿਊ ਲੈਣੇ, ਤਿਆਰੀ ਤਾਂ ਕਰਨੀ ਪੈਣੀ ਹੈ ਜੀ। ਬਟ ਨਹੀਂ, ਚਲੋ ਜੋਕਸ ਅਪਾਰਟ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਿਹੜਾ ਇਹ ਮੇਰੀ ਰਿਸ਼ਤੇਦਾਰੀ ਹੈ, ਜੇ ਬਠਿੰਡੇ ਦੇ ਸ਼ਹਿਰ ਦੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਸਾਡੀ ਫੈਮਿਲੀ ਪੋਲੀਟਿਕਸ ਬਹੁਤ ਸਾਲਾਂ ਤੋਂ ਹੈ। ਮੇਰੇ ਮਦਰ ਨੇ 1991 ਦੇ ਵਿੱਚ ਉਹ ਇਲੈਕਸ਼ਨ ਨਾਲ ਕੈਂਸਲ, ਸ਼੍ਰੋਮਣੀ ਅਕਾਲੀ ਦਲ ਤੋਂ ਫਿਰੋਜ਼ਪੁਰ ਤੋਂ MP ਦੇ ਇਲੈਕਸ਼ਨ ਲੜਿਆ ਸੀ ਜੀ, ਠੀਕ ਹੈ। ਉਹ ਇਲੈਕਸ਼ਨ ਕੈਂਸਲ ਹੋ ਗਏ ਸੀ। 1997 ਮੇਰੇ ਮਦਰ ਕਾਂਗਰਸ ਦੇ ਕੈਂਡੀਡੇਟ ਸੀ ਫਰੋਮ ਫਿਰੋਜ਼ਪੁਰ ਸਿਟੀ ਜੀ, ਠੀਕ ਹੈ। ਅਸੀਂ ਇਲੈਕਸ਼ਨ ਜ਼ਰੂਰ ਹਾਰੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਰਹੇ ਹਾਂ, ਵਰਕਿੰਗ ਕਮੇਟੀ ਦੇ ਮੈਂਬਰ ਰਹੇ ਹਾਂ। ਥਰੂ ਆਊਟ ਸਾਡੀ ਫੈਮਲੀਜ਼ ਪੋਲੀਟਿਕਸ ਨਾਲ ਜੁੜੀਆਂ ਰਹੀਆਂ, ਅਤੇ ਜਦੋਂ ਓਬਵੀਅਸਲੀ ਰਿਸ਼ਤੇਦਾਰੀ ਪਈ ਤਾਂ ਰਿਸ਼ਤੇਦਾਰੀ ਤੋਂ ਬਾਅਦ ਵੀ ਪੋਲੀਟਿਕਸ 'ਚ ਰਹੇ, ਪਰ ਇਲੈਕਸ਼ਨ ਹੀ ਲੜੇ। ਫਿਰ ਇੱਕ ਫੈਸਲਾ ਲੈ ਲਿਆ ਸੀ ਪਰਿਵਾਰ ਨੇ ਕਿ ਪਰਿਵਾਰ ਦਾ ਇੱਕੋ ਹੀ ਮੈਂਬਰ ਹੋਣਾ ਚਾਹੀਦਾ। ਮਨਪ੍ਰੀਤ ਜੀ ਨੇ ਕਿਹਾ ਸੀ ਕਿ 2 ਫਰੰਟ ਨਹੀਂ ਖੁੱਲ੍ਹ ਸਕਦੇ, ਠੀਕ ਹੈ। ਹਾਂ, ਤੁਸੀਂ ਕਾਂਗਰਸ ਕੰਨੀਓ ਲੜੋ ਤੇ ਮੈਂ ਅਕਾਲੀ ਦਲ ਤੋਂ ਲੜਾਂ, ਬੜੀ ਚੰਗਾ ਜਾਣੀ ਸ਼ੋਭਾ ਨਹੀਂ ਦਿੰਦਾ ਜੀ। ਸੋ ਸੁਖਬੀਰ ਜੀ ਹੋਰਾਂ ਦੀ ਹੋਰ ਸੋਚ ਹੈ ਵੀ ਉਹਨਾਂ ਦੀ ਵਾਈਫ ਵੀ, ਉਹਨਾਂ ਦਾ ਬ੍ਰਦਰ ਇਨ ਲਾਅ ਵੀ, ਸਾਰੇ ਹੀ ਲੜਦੇ ਆ। ਮਨਪ੍ਰੀਤ ਜੀ ਨੇ ਕਿਹਾ ਸੀ ਕਿ ਫੈਮਿਲੀ 'ਚ ਜਾਂ ਤਾਂ ਮੈਂ ਲੜ ਲੂੰਗਾ ਜਾਂ ਤੁਸੀਂ ਲੜ ਲਓ ਜੀ, ਕਿ ਆਪਾਂ ਇੰਨੇ ਫਰੰਟ ਨਾ ਖੋਲ੍ਹੀਏ। ਸੋ ਇੱਕ ਬੈਠ ਕੇ ਦਾਸ ਜੀ ਨੇ ਕਿਹਾ ਸੀ ਕਿ ਕਾਕਾ ਪਰਿਵਾਰ 'ਚ ਇੱਕ ਮੈਂਬਰ ਨੂੰ ਇਲੈਕਸ਼ਨ ਲੜਨਾ ਚਾਹੀਦਾ। ਅਸੀਂ ਉਸ ਅੱਜ ਤੱਕ ਕਦੇ ਉਸ ਤੋਂ ਬਾਅਦ ਕੋਈ ਡਿਮਾਂਡ ਹੀ ਨਹੀਂ।
ਕੋਈ ਐਂਬੀਸ਼ਨ ਨਹੀਂ ਹੈਗਾ ਕਿ ਕੋਈ ਪਾਰਟੀ ਦਾ ਤੁਸੀਂ ਦੇਖ ਲਓ ਵੀ ਆਈ ਹੈਵ ਨੈਵਰ ਹੈਲਡ ਐਨੀ ਪੋਜੀਸ਼ਨ ਪੋਲੀਟੀਕਲੀ ਐਵਰ, ਨਾ ਹੀ ਮੰਗੀ ਹੈ ਜੀ, ਅਤੇ ਨਾ ਹੀ ਕੋਈ ਇੱਛਾ ਹੈਗੀ ਹੈ, ਨਾ ਹੀ ਕੋਈ ਇਹ ਹੈ ਵੀ ਕਿਤੇ MLA ਬਣਨਾ ਹੈ, ਅਤੇ ਨਾ ਹੀ ਕੋਈ ਚਾਹ ਤੇ ਨਾ ਹੀ ਮੰਗ ਹੈ। ਟੂ ਬੀ ਵੈਰੀ ਫਰੈਂਕ, ਹਮੇਸ਼ਾ ਹੀ ਮਨਪ੍ਰੀਤ ਜੀ ਦੇ ਮੈਂ ਦਫ਼ਤਰ ਵਿੱਚ ਉਹਨੂੰ ਸੰਭਾਲਦਾ ਰਿਹਾ ਇਨ ਗਿੱਦੜਵਾ ਐਂਡ ਹੇਅਰ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜਿਵੇਂ ਤੁਸੀਂ ਆਖਿਆ ਨਾ ਮੈਂ ਪੋਲੀਟੀਕਲ ਪਾਰਟੀ ਨਾ ਮੈਂ ਕਾਂਗਰਸ ਦਾ ਅਹੁਦੇਦਾਰ ਹਾਂ, ਪਰ ਜੋਜੋ ਜੀ ਇੱਕ ਬੜੀ ਗੱਲ ਕੁਐਸਚਨ ਮਾਰਕ ਜਿਹਾ ਕ੍ਰੀਏਟ ਹੁੰਦਾ ਹੈ ਕਿ ਜੇ ਕਿਤੇ DC ਨਾਲ ਮੀਟਿੰਗ ਹੈ ਤਾਂ ਵੀ ਜੈਜੀਤ ਸਿੰਘ ਜੌਹਲ ਲੈ ਰਹੇ ਆ, ਜੇ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਹੈ ਤਾਂ ਵੀ ਉਹਨੂੰ ਜਿਹੜਾ ਹੈਗਾ ਜੋਜੋ ਜੌਹਲ ਕਰ ਰਿਹਾ, ਜੇ ਬਠਿੰਡੇ ਦਾ ਕੋਈ ਡਿਵੈਲਪਮੈਂਟ ਦਾ ਕੰਮ ਹੋ ਰਿਹਾ ਤਾਂ ਵੀ ਜੋਜੋ ਜੌਹਲ ਦੇ ਜਾਂ ਜੋਜੋ ਦੇ ਪੇਜ ਦੇ ਉੱਤੇ ਸਭ ਤੋਂ ਪਹਿਲਾਂ ਉਹਦੀਆਂ ਫੋਟੋਗ੍ਰਾਫਸ ਲੱਗ ਰਹੀਆਂ। ਮਨਪ੍ਰੀਤ ਸਿੰਘ ਬਾਦਲ ਪਿੱਛੇ ਇਨ ਵਾਟ ਕਪੈਸਿਟੀ ਫਿਰ ਤੁਸੀਂ ਇਹ ਜਿਹੜੀਆਂ ਮੀਟਿੰਗਸ ਨੂੰ ਹੋਲਡ ਕਰਦੇ ਹੋ? ਬਿਲਕੁਲ ਤੁਹਾਡੀ ਇਟਸ ਅ ਵੈਰੀ ਵੈਲਿਡ ਕੁਐਸਚਨ। ਉਹਦਾ ਇਹ ਹੈ ਕਿ FM ਸਾਹਿਬ ਨੇ 2017 ਦੇ ਇਲੈਕਸ਼ਨ ਦੇ ਵਿੱਚ ਜੀ ਹਰ ਇੱਕ ਸਟੇਜ ਤੇ ਇੱਕ ਇਹ ਸੀਗਾ, ਸਾਡੇ ਦੇ ਟੈਗ ਸੀ ਵੀ ਆਊਟਸਾਈਡਰ ਹੈ ਜੀ, ਇਹਨਾਂ ਦਾ ਘਰ ਬਾਦਲ ਹੈ, ਰਿਸ਼ਤੇਦਾਰ ਚੰਡੀਗੜ੍ਹ ਜਾਂ ਮੁਕਤਸਰ ਰਹਿੰਦੇ ਹੈ, ਇਹਨਾਂ ਨੇ ਇੱਥੋਂ ਜਿੱਤ ਕੇ ਚਲੇ ਜਾਣਾ ਅਤੇ ਇਹਨਾਂ ਨੇ ਆਉਣਾ ਨਹੀਂ ਜੀ, ਰਾਈਟ। FM ਸਾਹਿਬ ਨੇ ਹਰ ਇੱਕ ਸਟੇਜ 'ਤੇ ਕਿਹਾ ਸੀਗਾ ਕਿ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਦੀ ਜ਼ਰੂਰ ਇੱਥੇ ਹਾਜ਼ਰੀ ਹੋਏਗੀ ਜੀ, ਚਾਹੇ ਮੈਂ ਹੋਵਾਂ, ਮੇਰੀ ਵਾਈਫ, ਮੇਰਾ ਬੇਟਾ ਜਾਂ ਮੇਰਾ ਰਿਸ਼ਤੇਦਾਰ ਇੱਥੇ ਹੋਊਗਾ। ਇਨ ਦੈਟ ਕਪੈਸਿਟੀ ਮੈਂ ਆਪਦੀ ਹਾਜ਼ਰੀ ਪੂਰੀ ਰੱਖੀ ਆਫਿਸ ਦੇ ਵਿੱਚ ਕਿ ਮੈਂ ਉਹਨਾਂ ਦਾ ਆਫਿਸ ਸੰਭਾਲਦਾ। ਦਿਸ ਇਜ਼ ਅ ਟੀਮ। ਕਦੀ ਵੀ ਮੀਟਿੰਗ ਹੋਈ ਹੈ ਯੂ ਵਿਲ ਨੈਵਰ ਸੀ ਮੀ DC ਸਾਹਿਬ ਦੇ ਨਾਲ ਬੈਠੇ ਜੀ, ਕਦੇ ਨਹੀਂ। ਇੱਕ ਪ੍ਰੋਟੋਕੋਲ ਹੈ ਕਿ ਪਾਰਟੀ ਦਾ ਪ੍ਰੈਜ਼ੀਡੈਂਟ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ, ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਚੇਅਰਮੈਨ, ਪਾਰਟੀ ਦੇ ਜਨਰਲ ਸੈਕਟਰੀ, ਉਸ ਪ੍ਰੋਟੋਕੋਲ ਦੇ ਵਿੱਚ ਹੀ ਮੈਂ ਬਹਿਨਾ। ਤੁਸੀਂ ਮੇਰੀ ਕੋਈ ਫੋਟੋਗ੍ਰਾਫ ਦੇਖ ਲਿਓ ਜੀ, ਜੇ ਇਹ ਚਾਰ ਹੈ ਤਾਂ ਮੈਂ ਪੰਜਵਾਂ ਹੋਊਂਗਾ। ਹਾਂਜੀ, ਅਤੇ ਅਸੀਂ ਹਮੇਸ਼ਾ ਇਹ ਨਹੀਂ ਕਿਹਾ, ਅਸੀਂ ਇਹ ਕਿਹਾ ਟੀਮ ਮਨਪ੍ਰੀਤ ਬਾਦਲ ਐਂਡ ਟੀਮ ਕਾਂਗਰਸ, ਬਠਿੰਡਾ ਜਿਹੜੀ ਟੀਮ ਕਾਂਗਰਸ ਹੈਗੀ ਆ, ਠੀਕ ਹੈ, ਕਿਉਂਕਿ ਉਹ ਮੈਂ ਡਾਇਰੈਕਸ਼ਨਸ FM ਸਾਹਿਬ ਤੋਂ ਲੈ ਲੈਣਾ ਕਿ ਅੱਜ ਹੋ ਰਿਹਾ ਜੀ, ਇੰਨੇ ਪੈਸੇ ਆ ਗਏ ਹੈ, ਡਿਵੈਲਪਮੈਂਟ ਹੋਣੀ ਹੈ, ਮੇਰੇ ਕੁਐਸਚਨਸ ਹੈ, ਕੰਮ ਹੋਏ ਕਿ ਨਹੀਂ ਹੋਏ, ਫੋਲੋ ਅਪ ਹੈ। ਮੈਂ ਤਾਂ ਸਿਰਫ ਫੋਲੋ ਅਪ ਲੈਣਾ, ਵਾਰਡਸ ਦੇ ਵਿੱਚ ਜਾਣਾ, ਡਿਮਾਂਡ ਲੈ ਲੈਣੀ ਹੈ, FM ਸਾਹਿਬ ਨੇ ਪੈਸੇ ਜਾਰੀ ਕਰ ਦੇਣੇ ਹੈ, ਆਫਿਸਰਸ ਤੋਂ ਫੋਲੋ ਅਪ ਲੈ ਲੈਣਾ ਜੀ। ਨਹੀਂ, ਹੁਣ ਤੁਸੀਂ ਪੈਸਿਆਂ ਦੀ ਗੱਲ ਕੀਤੀ ਹੈ ਕਿ FM ਸਾਹਿਬ ਬੜੇ ਪੈਸੇ ਜਾਰੀ ਕਰ ਦਿੰਦੇ ਨੇ, ਹੋਰ ਕਰਦੇ, ਪਰ ਜੇਕਰ ਸਿੱਧੇ ਤੌਰ 'ਤੇ ਗੱਲ ਕਰੀਏ, ਜਦੋਂ ਹੁਣ ਤਾਂ ਚਲੋ ਕਾਰਪੋਰੇਸ਼ਨ ਦੀ ਟਰਮ ਕੰਪਲੀਟ ਹੋ ਗਈ, ਹੁਣ ਐਡਮਿਨਿਸਟ੍ਰੇਟਰ ਜਿਹੜੇ ਟੇਕ ਕੇਅਰ ਕਰ ਰਹੇ ਨੇ, ਪਰ ਹਮੇਸ਼ਾ ਇਹ ਚਰਚਾ ਸੀਗੀ ਤੁਸੀਂ ਕਾਰਪੋਰੇਸ਼ਨ ਨੂੰ ਠਿਆਨੀ ਨਹੀਂ ਦਿੱਤੀ ਜਿੰਨੀ ਦੇਰ ਅਕਾਲੀ ਦਲ ਦਾ ਮੇਅਰ ਰਿਹਾ। ਇੱਕ ਇਹ ਵੀ ਬੜਾ ਗਲਤ ਸਰੂਪ ਜੀ ਬੋਲੇ ਹੁੰਦੇ ਨੇ। 2017 ਦੇ ਵਿੱਚ ਇਹ ਅਪ੍ਰੈਲ ਦੀ ਗੱਲ ਹੈ, ਮੈਨੂੰ ਐਗਜ਼ੈਕਟ ਮੈਂ ਡੇਟ ਇੱਥੇ ਲਿਖੀ ਨਹੀਂ ਸੀ, 17 ਕਰੋੜ ਰੁਪਈਆ ਜੀ ਇਹਨਾਂ ਨੂੰ ਜਾਰੀ ਕਰਤਾ। ਇਹਨਾਂ ਨੂੰ ਇੱਕ ਲਿਸਟ ਦਿੱਤੀ ਕਿ ਤੁਸੀਂ ਸਾਨੂੰ ਡਿਮਾਂਡ ਦਿਓ ਕਿ ਕੀ ਤੁਹਾਡੇ ਕੰਮ ਹੈਗੇ ਆ। ਇਹਨਾਂ ਨੇ 16.5 ਕਰੋੜ ਦੇ ਡਿਮਾਂਡ ਦਿੱਤੀ ਵੀ ਸਾਡੇ ਵਰਕ ਅਸੀਂ ਇਨੀਸ਼ੀਏਟ ਕਰਨੇ ਆ ਜੀ। ਇਹ ਔਨ ਰਿਕਾਰਡ, ਇਹਦੇ ਪਿੱਛੇ ਪ੍ਰੈਸ ਕਾਨਫਰੰਸ ਵੀ ਹੋਈ ਸੀਗੀ ਜਦੋਂ ਇਹਨਾਂ ਨੇ ਇਹ ਐਲੀਗੇਸ਼ਨ ਲਾਇਆ ਸੀ। ਪੈਸੇ ਇਹਨਾਂ ਨੂੰ ਦੇਤੇ, 8 ਮਹੀਨੇ ਇਹਨਾਂ ਨੇ ਐਸਟੀਮੇਟ ਹੀ ਨਹੀਂ ਲਾਏ ਜੀ, ਪੈਸਾ ਮੁੜ ਕੇ ਡੀ ਸਾਹਿਬ ਕੋਲ ਚਲਾ ਗਿਆ। ਅਲਟੀਮੇਟਲੀ FM ਸਾਹਿਬ ਨੇ ਜਿਹੜਾ ਕਹਿੰਦੇ ਆ ਕਿ ਜੇ ਕਾਰਪੋਰੇਸ਼ਨ ਤੋਂ ਪੈਸਾ ਲੈ ਕੇ ਤੇ ਇੰਪਰੂਵਮੈਂਟ ਟਰਸਟ ਨੂੰ ਕਿਉਂ ਕੀਤਾ ਜੀ, 9 ਮਹੀਨੇ ਇਹਨਾਂ ਕੋਲ ਪੈਸੇ ਪਏ ਰਹੇ, 9 ਮੰਥਸ। ਦੇਖੋ ਜੀ, 9 ਮਹੀਨੇ ਤੁਸੀਂ ਬੈਂਕ 'ਚ ਹੀ ਪੈਸੇ ਰੱਖ ਲਓ, ਵਿਆਜ ਨਾਲ ਕਿੰਨੀ ਆਮਦਨ ਹੋ ਜਾਂਦੀ ਹੈ ਜੀ। ਇਹਨਾਂ ਨੇ ਕੁਝ ਕੀਤਾ ਨਹੀਂ, 9 ਮਹੀਨਿਆਂ ਬਾਅਦ ਇੰਪਰੂਵਮੈਂਟ ਟਰਸਟ ਨੂੰ ਦੇਤਾ। ਫਿਰ ਸਵਰਨ ਜੀ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਇਹਨਾਂ ਨੇ ਡਿਵੈਲਪਮੈਂਟ ਦਾ ਇਹ ਕਹਿੰਦੇ ਕਿ ਜੀ ਇਹਨਾਂ ਨੇ ਕੀ ਡਿਵੈਲਪਮੈਂਟ ਕੀਤੀ ਹੈ, ਕਰਪਸ਼ਨ ਹੈ, ਇੰਟਰਲੋਕਿੰਗ ਟਾਇਲਸ ਹੈ ਜੀ, ਬਹੁਤ ਛੋਟਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਉਹਦੀ ਨਿਰਮਲ ਸੰਧੂ ਇਹਨਾਂ ਦਾ ਖਾਸ MC ਹੈ, ਉਹਦੀ ਫੈਕਟਰੀ ਹੈ। ਤੁਸੀਂ ਇਹਨਾਂ ਦਾ ਕੋਈ ਵੀ ਟੈਂਡਰ ਖੋਲ੍ਹ ਲਓ ਜੀ 10 ਸਾਲਾਂ 'ਚ, ਅਤੇ ਮੈਂ ਇਹ ਨਹੀਂ ਕਹਿ ਰਿਹਾ ਪਿਕ ਐਂਡ ਚੂਜ਼ ਔਨ ਐਨੀ ਵਾਰਡ, ਐਨੀ ਟੈਂਡਰ ਇਹਨਾਂ ਦੇ +15 to 20% ਇਹਨਾਂ ਦੇ ਟੈਂਡਰ ਲੱਗਦੇ ਸੀ। ਜਿਸ ਦਿਨ ਦੀ ਕਾਂਗਰਸ ਪਾਵਰ 'ਚ ਆਈ ਹੈ, ਇੰਪਰੂਵਮੈਂਟ ਟਰਸਟ ਦੇ 22 to 40% ਲੈਸ ਜਾ ਰਹੇ ਵੀ ਜੇ 1 ਰੁਪਏ ਦੀ ਟਾਇਲ ਸੀ, 1 ਰੁਪਏ 15 ਪੈਸੇ ਦੀ ਪਰਚੇਜ਼ ਕਰਦੇ ਸੀਗੇ, ਅਬਾਵ ਤੁਸੀਂ 60 ਪੈਸਿਆਂ ਦੀ ਲੈ ਜੀ। ਤੇ ਫਿਰ ਇਹਦੀ ਨਹੀਂ ਸਰ, ਇਹ ਨਹੀਂ ਸਵਰਨ ਜੀ, 15% ਪਲੱਸ ਤੇ ਤੁਸੀਂ ਘੱਟੋ ਘੱਟ 22% ਮਾਈਨਸ ਲਾ ਲਓ ਤੇ ਐਡ ਕਰ ਲਓ, 35% ਦੇ 37% ਫਰਕ ਪੈ ਗਿਆ। ਹਾਂ, ਘੱਟ ਤੋਂ ਘੱਟ ਤੇ 33% ਲੈਸ ਤੇ ਵੀ ਗਏ ਆ। ਇਮੈਜਿਨ ਕਰੋ, ਦੈਟ ਮੀਨਸ ਦੇयर ਵਾਸ 48% ਦਾ ਫਰਕ। ਅਸੀਂ ਇੱਕ 3 ਕਰੋੜ ਦਾ ਪਹਿਲਾ ਟੈਂਡਰ ਲਾਇਆ ਸੀ ਜੀ, ਇਹਨਾਂ ਨੇ ਲਾਇਆ ਸੀ, ਉਹ 16 ਕਰੋੜ 'ਚ ਵੀ 3 ਕਰੋੜ ਦਾ ਕੰਮ ਹੈ। ਅਸੀਂ ਉਹ FM ਸਾਹਿਬ ਨੇ ਕਹਿਤਾ ਕਿ ਨਹੀਂ, ਇਹਦਾ ਆਡਿਟ ਹੋਊਗਾ। ਉਹੀ ਟੈਂਡਰ 2 ਕਰੋੜ 'ਚ ਲੱਗਿਆ, 1 ਕਰੋੜ ਦੀ ਹੈਰਾਫੇਰੀ।
ਫਿਰ ਇਹਨਾਂ ਨੇ 15 ਕਰੋੜ ਦੇ ਤ੍ਰਿਵੇਣੀ ਨੂੰ ਕੰਮ ਦਿੱਤੇ ਸੀ 2016 ਜੀ। 'ਚ ਕੈਬਨਿਟ ਤੋਂ ਅਪਰੂਵ ਕਰਵਾਏ ਐਂਡ ਇਟ ਇਜ਼ ਔਨ ਰਿਕਾਰਡ ਕਿ ਅਕਾਲੀ ਦਲ ਦੀ ਸਰਕਾਰ 'ਚ ਕੈਬਨਿਟ ਤੋਂ 15 ਕਰੋੜ ਦੇ ਇੰਟਰਲੋਕਿੰਗ ਟਾਇਲਸ ਦੇ ਸਿੱਧਾ ਹੀ 1.5 ਕਰੋੜ ਰੁਪਏ ਦਾ ਫਰਕ ਪੈ ਗਿਆ ਸੀ ਉੱਥੇ, ਜਦੋਂ ਇਹੀ ਕੰਮ ਇੱਥੇ ਹੋ ਰਿਹਾ। ਅੱਜ ਤੁਸੀਂ ਦੇਖ ਲਓ ਜਾ ਕੇ ਕਿਸੇ ਠੇਕੇਦਾਰ ਨੂੰ ਪੁੱਛੋ ਵੀ ਤੂੰ ਪਲੱਸ ਤੇ ਕੰਮ ਕਰ ਰਿਹਾ ਕਿ ਮਾਈਨਸ ਤੇ, ਜੀ। ਜੇ ਇੱਕ ਵੀ ਬੰਦਾ ਆ ਕੇ ਕਹਦੇ ਵੀ ਅਸੀਂ ਪਲੱਸ ਤੇ ਕਰ ਰਹੇ ਹਾਂ, ਅਸੀਂ ਦੇਣਦਾਰ ਹੈਗੇ। ਐਂਡ ਇੱਕ ਵੀ ਕਾਂਗਰਸ ਦਾ MC, ਕਾਂਗਰਸ ਦਾ ਲੀਡਰ, ਮਨਪ੍ਰੀਤ ਬਾਦਲ ਦਾ ਰਿਸ਼ਤੇਦਾਰ, ਜੇ ਕੋਈ ਠੇਕੇਦਾਰੀ, ਕੋਈ ਸੜਕ, ਕੋਈ ਇੰਟਰਲੋਕਿੰਗ ਟਾਇਲ ਦੀ ਗਲੀ ਪਾ ਰਿਹਾ ਹੋਵੇ, ਕੋਈ ਕਾਂਗਰਸ ਦਾ ਪ੍ਰਧਾਨ, ਕੋਈ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ, ਕੋਈ ਜਿੰਨੇ ਵੀ ਹੈਗੇ ਲੀਡਰ, ਇੱਕ ਜਿੰਨੇ ਵੀ ਕਾਂਗਰਸ ਦੇ MC ਆ, 1% ਕਿਸੇ ਦਾ ਸ਼ੇਅਰ ਹੋਵੇ, ਅਸੀਂ ਦੇਣਦਾਰ ਹਾਂ। ਫਿਰ ਹੰਗਾਮਾ ਕਿਉਂ ਵਰਪਾ? ਹੋਰ ਰੌਲਾ ਕੀ ਪਾਉਣ? ਰਿਸ਼ਤੇਦਾਰ ਨੂੰ ਬਦਨਾਮ ਕਰਨਾ ਬੜਾ ਸੌਖਾ ਹੈ ਜੀ। ਪਬਲਿਸਿਟੀ ਹੈ, ਪਬਲਿਸਿਟੀ ਬੜੀ ਛੇਤੀ ਮਿਲਦੀ ਹੈ। ਕਈ ਲੋਕ ਜਾਣਦੇ ਹੀ ਨਹੀਂ ਮੈਨੂੰ। ਇੱਕ ਹੁੰਦਾ ਜਿਹੜੇ ਕੋਈ ਸ਼ਹਿਰ ਦੇ ਲੋਕ ਮੈਨੂੰ ਜਾਣਦੇ ਆ, ਜਿਨ੍ਹਾਂ ਨਾਲ ਮੈਂ ਵਰਤਿਆ, ਤੇ ਕੋਈ ਜਾਣਦੇ ਹੀ ਨਹੀਂ, ਉਹਨਾਂ ਦੀ ਸੁਣੀ ਸੁਣਾਈ ਗੱਲ ਹੈ, ਕਹਿੰਦਾ ਹਾਂ ਯਾਰ ਹੋਊਗਾ, ਬਾਕੀ ਇਹ ਤਾਂ ਬਹੁਤ ਵੱਡਾ ਬਦਮਾਸ਼ ਹੈ, ਕੀ ਕਰ ਲਿਆ ਸੀ। ਇੱਕ ਵੀ ਇਹ ਪ੍ਰੂਫ ਕਰਦੇ ਕਿ ਕਾਂਗਰਸ ਦੇ ਰਾਜ ਦੇ ਵਿੱਚ ਇਨ ਦ ਲਾਸਟ 3.5 years ਕਿਸੇ ਦੀ ਪ੍ਰਾਪਰਟੀ 'ਤੇ ਨਜਾਇਜ਼ ਕਬਜ਼ਾ ਹੋਇਆ ਹੋਵੇ, ਅਸੀਂ ਦੇਣਦਾਰ। ਇੱਕ 'ਤੇ ਵੀ ਹੋਇਆ ਹੋਵੇ ਤੇ ਮੈਂ ਤੁਹਾਨੂੰ ਹਜ਼ਾਰਾਂ ਮਿਸਾਲਾਂ ਦੇ ਦੇਣੀ। ਇੱਕ ਵੀ ਪੋਲੀਟੀਕਲ FIR ਹੋਈ ਹੈ, ਇਹਨਾਂ ਨੇ ਕਿਹਾ ਕਿ ਪਰਚੇ ਦੇ ਦਿੰਦੇ ਆ, ਫਿਰ ਸਰੋਪੇ ਪਾ ਦਿੰਦੇ ਆ ਜੀ। ਹਰਮੰਦਰ ਮਾਸਟਰ ਨੇ ਤੁਸੀਂ ਉਦੋਂ ਕੀਤਾ ਸੀ ਕਿ ਇਹ ਜਿਹੜਾ ਰਾਜ ਹੈ ਭੋਲਿਆਂ ਦੇ ਰਾਜੂਆਂ ਦਾ ਰਾਜ ਹੈਗਾ, ਹਰਮੰਦਰ ਮਾਸਟਰ ਦੇ ਪਰਚਾ ਦਿੱਤਾ ਸੀ, ਰਾਜੂ 'ਤੇ ਕੋਈ ਪਰਚਾ ਦਿੱਤਾ ਸੀ, ਟਹਿਲ ਸਿੰਘ ਬੁੱਟਰ, ਇਹਨਾਂ ਦੇ 10 MCਆਂ ਨੇ ਸਾਨੂੰ ਜੁਆਇਨ ਕੀਤਾ। ਇੱਕ ਵੀ MC 'ਤੇ ਪਰਚਾ ਦਿੱਤਾ ਹੋਵੇ ਇਹ ਦੱਸਣ। ਉਹ ਆਪਦੀ ਮਰਜ਼ੀ ਨਾਲ ਆਫਟਰ 2 years ਉਹਨਾਂ ਨੇ ਜੁਆਇਨ ਕੀਤਾ ਸਾਨੂੰ, 2.25 ਸਾਲ ਬਾਅਦ, 2.5 ਸਾਲ ਬਾਅਦ। ਉਹਨਾਂ ਨੇ ਐਸੇ ਸ਼ਰਤ ਹੀ ਕਿਹਾ ਕਿ ਜੀ ਜਿਸ ਦਿਨ ਸਰਕਾਰ ਬਣੀ ਸੀ ਸਾਨੂੰ ਇੰਨਾ ਡਰਾਇਆ ਸੀ ਕਿ ਕਾਂਗਰਸ ਨੇ ਐਂ ਕਰ ਦੇਣਾ, ਕਾਂਗਰਸ ਵਕਰ ਐਂ ਕਰਾਂਗੇ, ਮਨਪ੍ਰੀਤ ਦੇ ਰਿਸ਼ਤੇਦਾਰ ਦਾ ਪਰਚੇ ਦੇਊਗਾ। ਸਾਨੂੰ ਕੁਝ ਕਿਹਾ ਹੀ ਨਹੀਂ, ਸਾਨੂੰ ਕਹਿੰਦੇ ਬੁਲਾਇਆ ਤੱਕ ਨਹੀਂ। ਕਿ FM ਸਾਹਿਬ ਨੇ ਕਿਹਾ ਸੀ ਵੈਂਡੇਟਾ ਪੋਲੀਟਿਕਸ ਨਹੀਂ ਕਰਨੀ। ਸਰੂਪ ਜੀ ਇਹੀ ਵੈਂਡੇਟਾ ਕਰੀ ਗਏ। ਫਿਰ ਤੁਸੀਂ ਦੇਖੋ ਮੈਰਿਜ ਪੈਲੇਸ ਦੀ ਗੱਲ ਚੱਲੀ, BGA ਤਾਂ ਜੋ ਨੇ ਸੀਲ ਕਰਾਇਆ ਜੀ, ਸਾਡਾ ਕੀ ਰੋਲ ਉਹਦੇ ਵਿੱਚ, ਰਾਈਟ। ਮੈਂ ਬੋਲਿਆ ਜ਼ਰੂਰ ਸੀਗਾ ਵੀਡੀਓ 'ਚ, ਇਹਨਾਂ ਨੇ ਕਿਹਾ ਸੀ ਵੀ ਇਲੀਗਲ ਬਿਲਡਿੰਗਸ ਨੂੰ ਤੁਸੀਂ, ਇੱਥੇ ਇਲੀਗਲ ਬਿਲਡਿੰਗਸ ਬਹੁਤ ਬਣ ਰਹੀਆਂ। ਮੈਂ ਸਿਰਫ ਇੰਨਾ ਕਿਹਾ ਸੀਗਾ ਜੇ ਇਲੀਗਲ ਬਿਲਡਿੰਗਸ ਹੈ, ਜੇ ਮਨਪ੍ਰੀਤ ਬਾਦਲ FM ਦੀ ਬਿਲਡਿੰਗ ਹੈ, ਆਓ ਆਪਾਂ ਬੁਲਡੋਜ਼ਰ ਲੈ ਕੇ ਚੱਲੀਏ ਅਤੇ ਆਪਾਂ ਤੋੜ ਦਿੰਦੇ ਹਾਂ। ਮਨਪ੍ਰੀਤ ਦੇ ਰਿਸ਼ਤੇਦਾਰ ਦੇ ਕਾਂਗਰਸ ਦਾ ਕੋਈ ਬੰਦਾ ਬਿਲਡਿੰਗ ਬਣਾ ਰਿਹਾ, ਆਪਾਂ ਤੋੜ ਦਿੰਦੇ ਹਾਂ ਜੀ। ਪਰ ਆਪਦੇ ਪੀੜੀ ਥੱਲੇ ਵੀ ਸੋਟਾ ਮਾਰਨਾ। ਮੈਂ 4 ਬਿਲਡਿੰਗਸ ਇਹਨਾਂ ਦੀ ਗਿਣਾਤੀਆਂ, ਇਹਨਾਂ ਦਾ ਆਫਿਸ, ਇਹਨਾਂ ਦਾ ਮੈਰਿਜ ਪੈਲੇਸ। ਇਹਨਾਂ ਨੇ ਕਾਰਪੋਰੇਸ਼ਨ 'ਚ ਫੋਨ ਕੀਤਾ ਜੀ, ਸਰੂਪ ਜੀ ਨੇ, ਅਫਸਰਾਂ ਨੂੰ ਕੱਢੀਆਂ ਗਾਲਾਂ ਕਿ ਉਹਨੂੰ ਕਿਵੇਂ ਪਤਾ ਸੀ ਵੀ ਅਨਆਥੋਰਾਈਜ਼ਡ ਹੈ, ਜੋ ਨੂੰ ਤਾਂ ਪਤਾ ਹੀ ਨਹੀਂ। ਉਹ 3 ਸਾਲ ਪਹਿਲਾਂ ਨਾ ਬੋਲਿਆ ਜੀ, ਉਹ ਅੱਜ ਹੀ ਕਿਉਂ ਬੋਲਿਆ, ਇਹ ਉਹਨਾਂ ਤੁਸੀਂ ਦੱਸਿਆ। ਉਹਨਾਂ ਦੀ ਕੀਤੀ ਲਾਪਾ। ਉਸ ਇੰਟਰਵਿਊ ਤੋਂ 3 ਦਿਨ ਬਾਅਦ ਜੀ ਸੀਲ ਹੋ ਰਿਹਾ ਜਾਂ ਹਫ਼ਤੇ ਬਾਅਦ ਸੀਲ ਹੁੰਦਾ, ਤਾਂ ਕਾਰਪੋਰੇਸ਼ਨ ਦੇ ਅਫਸਰਾਂ ਨੇ ਵੀ ਸੋਚਿਆ ਹੋਣਾ ਵੀ ਤਾਲਾ ਆਪਾਂ ਲਾਓ, ਨਾ ਤਾਂ ਉਹਦਾ ਹੀ ਲੱਗਣਾ ਜੋ ਉਹਦਾ ਹੀ ਲੱਗਣਾ ਜੀ। ਬੇਇੱਜ਼ਤੀ ਤਾਂ ਆਪਣੀ ਕੀਤੀ ਸਰੂਪ ਨੇ ਗਾਲਾਂ ਕੱਢ ਕੇ, ਉਸ ਖੁੰਦਕ ਵਿੱਚੋਂ ਜਾ ਕੇ ਸੀਲ ਕਰਿਆ। ਬਟ ਐਵਰੀਥਿੰਗ ਇਜ਼ ਲੀਗਲ ਔਨ ਰਿਕਾਰਡ। 10 ਸਾਲ ਕਿਉਂ ਨਹੀਂ ਪਰਮਿਸ਼ਨ ਦਿੱਤੀ ਇਹਨਾਂ ਨੇ? ਇਟ ਇਜ਼ ਇਲੀਗਲ। ਇਹਨਾਂ ਨੇ ਫੀਸ ਭਰਨ ਦੇ ਮਾਰੇ। ਫਿਰ ਤੁਹਾਡੀ ਇੰਟਰ ਦੇ ਵਿੱਚ ਤੁਸੀਂ ਇੱਕ ਗੱਲ ਨਹੀਂ ਨੋਟਿਸ ਕੀਤੀ, ਉਹਨਾਂ ਨੇ ਕਿਹਾ ਕੋਈ ਨਹੀਂ ਸਾਲ ਰਹਿ ਗਏ ਤਾਂ ਫਿਰ ਚਲਾ ਲਾਂਗੇ। ਨਾ ਮੀਨਸ ਇਲੀਗਲ ਹੀ ਚਲਾਉਂਗੇ, ਵੀ ਲੀਗਲ ਨਹੀਂ ਚਲਾਉਣਾ। ਇਹਦਾ ਮਤਲਬ ਹੋਰ ਇੰਨੇ ਮੈਰਿਜ ਪੈਲੇਸ ਹੈ, ਉਹ ਸਰਕਾਰ ਨੂੰ ਐਵੇਂ ਫੀਸਾਂ ਭਰੀ ਜਾਂਦੇ ਆ। ਦੈਟਸ ਨਾਟ ਰਾਈਟ। ਬਠਿੰਡੇ 'ਚ ਕਿੰਨੇ ਮੈਰਿਜ ਪੈਲੇਸ ਹੋਰ ਸੀਲ ਹੋਏ ਨੇ? ਆਈ ਥਿੰਕ 3 ਜਾਂ 4, ਚਾਰੋਂ ਹੀ ਇਲੀਗਲ ਹੈ ਜੀ। ਫਿਰ ਇਹ ਅੱਛਾ, ਉਹ 'ਚੋਂ 2 ਤਾਂ ਕਾਂਗਰਸ ਦੇ ਵਰਕਰਸ ਦੇ ਹੈ ਜੀ। ਅੱਛਾ, ਫਿਰ ਸਿਰਫ ਵੈਂਡੇਟਾ ਤੋਂ ਕਿ FM ਸਾਹਿਬ ਨੇ ਕਿਹਾ ਸੀ ਕਿ ਆਪਣੀ ਬਠਿੰਡਾ ਇਟਸ ਅ ਨਿਊ ਟਾਊਨ, ਆਪਣੇ ਲਈ ਨਵਾਂ ਸ਼ਹਿਰ ਹੈ, ਆਪਾਂ ਇੱਕ ਐਗਜ਼ਾਮਪਲ ਸੈੱਟ ਕਰਨਾ। ਇੱਥੇ ਕੋਈ ਜਗ੍ਹਾ ਆਪਾਂ ਮਨਪ੍ਰੀਤ ਬਾਦਲ ਕੋਈ ਜਗ੍ਹਾ ਕਿਰਾਏ 'ਤੇ ਵੀ ਲੈ ਲਵੇ ਤਾਂ ਲੋਕਾਂ ਨੇ ਇਹ ਕਹਿਣਾ ਯਾਰ ਵੀ ਇਹ ਕਿਤੇ ਬਿਲਡਿੰਗ ਨਾ ਨੱਪ ਲੈ, ਰਾਈਟ। ਇੱਕ ਚੰਗਾ ਇੰਪ੍ਰੈਸ਼ਨ ਕ੍ਰੀਏਟ ਕਰਨਾ ਸੀ, ਇੱਕ ਲੰਬੀ ਸਿਆਸਤ ਕਰਨੀ ਹੈ। ਇਹ ਛੋਟੀ ਸਿਆਸਤ ਹੁੰਦੀ ਜਿਹੜੀ ਇਹ ਕਹਿ ਰਹੇ ਆ, ਕਬਜ਼ੇ ਕਰਨੇ, ਦੁਕਾਨ 'ਤੇ ਕਬਜ਼ਾ, ਟੈਂਕੀ 'ਤੇ ਚੜ੍ਹ ਗਏ। ਜਿਹੜੇ ਟੈਂਕੀ 'ਤੇ ਚੜ੍ਹੇ ਸੀ ਜੀ, ਉਹਨਾਂ ਨੂੰ ਅੱਜ ਪੁੱਛੋ ਵੀ ਤੁਹਾਨੂੰ ਕਿਹਨੇ ਚੜ੍ਹਾਇਆ ਸੀ, ਕਿਹਦੇ ਤੁਹਾਨੂੰ ਪਿੱਛੋਂ ਕਾਲਸ ਕਿਹਦੀਆਂ ਆ ਰਹੀਆਂ ਸੀ, ਕਿਹਦੀਆਂ ਸੀ ਤੁਸੀਂ ਦੱਸ ਦਿਓ। ਇਹਨਾਂ ਦੀਆਂ ਸੀ।
ਨਰੇਸ਼ ਹੁਣ ਮੈਨੂੰ ਪ੍ਰੈਸ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ, ਮੈਂ ਖਿਲਾਫ ਨਹੀਂ ਹੈਗਾ, ਆਈ ਐਮ ਨਾਟ ਸੇਇੰਗ ਖਿਲਾਫ। ਨਰੇਸ਼ ਉੱਪਰ ਗਿਆ ਸੀਗਾ, ਇੱਕ ਬੰਦਾ ਸੁਸਾਈਡ ਕਰਨ ਲੱਗਿਆ ਜੀ ਦਾਨੇਵਾਲੇ ਸਾਹਿਬ, ਤੁਸੀਂ ਵੀ ਉੱਥੇ ਸੀ, ਤੁਸੀਂ ਨਾ ਉੱਪਰ ਗਏ, ਠੀਕ ਹੈ। ਓਬਵੀਅਸਲੀ ਤੁਹਾਨੂੰ ਪਤਾ ਸੀ ਵੀ ਜੇ ਇੱਕ ਬੰਦਾ ਪੈਟਰੋਲ ਲੈ ਕੇ ਉੱਪਰ ਚੜ੍ਹ ਰਿਹਾ, ਹੀ ਇਜ਼ ਸੁਸਾਈਡਲ, ਮੈਂ ਕਿਵੇਂ ਉਹਦੀ ਜਾ ਕੇ ਇੰਟਰਵਿਊ ਲਵਾਂ, ਮੈਂ ਭਾਗੀਦਾਰ ਹਾਂ ਸੁਸਾਈਡ ਦਾ ਫਿਰ, ਰਾਈਟ। ਇਹ ਬੰਦਾ ਕੋਲ ਖੜ ਰਿਹਾ, ਉਹਨੂੰ ਦੋ ਜਣੇ ਸਵਾਲ ਜਵਾਬ ਕਰ ਰਹੇ ਆ, ਉਹ ਮਰਨ ਲਈ ਉੱਪਰ ਗਏ ਆ, ਉਹਨਾਂ ਨੇ ਥ੍ਰੈਟ ਕੀਤਾ ਸੀ ਅਸੀਂ ਮਰਨਾ ਹੈਗਾ, ਐਂਡ ਇਟਸ ਐਨ ਅਫੈਂਸ, ਅਤੇ ਤੁਸੀਂ ਉਹਨਾਂ ਨੂੰ ਇੰਟਰਵਿਊ ਲੈ ਰਹੇ ਆ ਇੰਨੀ ਉੱਪਰ ਚੜ੍ਹ ਕੇ। ਇਹ ਤੁਹਾਡਾ ਕੀ ਖਿਆਲ ਇਨ ਜਰਨਲਿਜ਼ਮ ਇਹ ਗਲਤ ਹੈ? ਦੇ ਸ਼ੁਡ ਹੈਵ ਪਰਸੂਏਡਡ ਦੈਮ ਕਿ ਅਸੀਂ ਤੁਹਾਡੀ ਕੋਈ ਇੰਟਰਵਿਊ ਨਹੀਂ ਕਰਨੀ, ਇਹ ਗਲਤ ਗੱਲ ਹੈ, ਤੁਸੀਂ ਥੱਲੇ ਆਓ, ਤੁਸੀਂ ਗਲਤ ਕਰ ਰਹੇ ਹੋ। ਇੱਕ ਹਾਈਲਾਈਟ ਕਰਤਾ, ਮੈਂ ਜਾਣਦਾ ਨਹੀਂ ਬੰਦਿਆਂ ਨੂੰ, ਮੈਂ ਦੋਨੋਂ ਫੈਮਲੀਆਂ ਨੂੰ ਨਹੀਂ ਸੀ ਜਾਣਦੇ। ਡੂ ਯੂ ਸੇ ਵੀ ਫਿਰ ਜਰਨਲਿਸਟਾਂ ਨੇ ਇਹਨਾਂ ਨੂੰ ਇਨਸਟੀਗੇਟ ਕੀਤਾ ਵੀ ਉੱਤੇ ਚੜ੍ਹ ਕੇ ਕਰੋ, ਪਰ ਨਾ ਤਾਂ ਉਹ ਤੁਹਾਡਾ ਲੈ ਰਹੇ ਸੀ। ਨਾਟ ਜਰਨਲਿਸਟ, ਦੇ ਆਰ ਨਾਟ ਜਰਨਲਿਸਟ, ਤੁਹਾਨੂੰ ਪਤਾ ਹੈ ਜੀ। are they registered? No. Do they have any legal press? They don't have it. They're private web channel. ਅਸੀਂ ਉਹਨਾਂ ਦੀ ਵੀ ਇੱਜ਼ਤ ਕਰਦੇ ਹਾਂ, ਮੈਂ ਇਹ ਨਹੀਂ ਕਹਿ ਰਿਹਾ ਹੈਗਾ, ਰਾਈਟ, ਬਟ they did something illegal ਨਾ। ਅੱਛਾ, ਫਿਰ 250 broadcast list 255 or 256 ਤੁਸੀਂ ਮੈਸੇਜ ਭੇਜਦੇ, ਹਾਂਜੀ ਹਾਂਜੀ, ਤੁਸੀਂ ਉਹਨਾਂ ਨੂੰ 256 ਪਹਿਲੇ ਮੈਸੇਜ ਕਿਹਨੂੰ ਗਏ ਸੀ ਨਰੇਸ਼ ਦੇ? ਆਲ ਅਕਾਲੀ ਦਲ ਵਰਕਰਸ, ਅਤੇ ਲਿਖਿਆ ਕੀ ਸੀ? ਵੱਧ ਤੋਂ ਵੱਧ ਸ਼ੇਅਰ ਕਰੋ। ਇਹਦਾ ਕੀ ਮਤਲਬ ਹੈ ਕਿ ਇਹਨੂੰ ਚੱਕੋ ਅਤੇ ਜੋ ਦਾ ਨਾਮ ਲਓ। ਅਸੀਂ ਜਾਣਦੇ ਨਹੀਂ ਦੋਨੋਂ ਪਾਰਟੀਜ਼ ਨੂੰ। ਫਿਰ ਮੈਂ ਇਹ ਕਿਹਾ ਵੀ ਸਾਡੇ, ਮੇਰਾ ਨਾਮ ਛੱਡੋ, ਮੇਰੇ ਫੋਨ 'ਤੇ ਛੱਡੋ, ਸਾਡੇ ਦਫ਼ਤਰ 'ਚੋਂ ਸਾਡੇ ਕਿਸੇ MC ਨੂੰ ਜੇ ਉਹਨਾਂ ਦੀ ਕਾਲ ਹੀ ਆਈ ਹੋਵੇ, ਸਾਡੇ ਫੋਨ ਰਿਕਾਰਡ ਕਢਾਓ, ਉਹਨਾਂ ਦੇ ਕਢਾ ਲਓ, ਮੈਂ ਉਹਨਾਂ ਨੂੰ ਸ਼ੋਰੂਮ ਹੀ ਲੈ ਦੂੰਗਾ, ਜੋ ਮਰਜ਼ੀ ਹੋਵੇ। ਅਤੇ ਬੂਥਾਂ ਦੇ ਅਸੀਂ ਕਬਜ਼ੇ ਕਰਾਵਾਂ, ਕੀ ਹੈ? ਅਸੀਂ ਇੱਕ ਲੰਬੀ ਸਿਆਸਤ ਕਰਨੀ ਹੈ, ਜਿਸ ਦੁਕਾਨਾਂ ਦੇ ਕਬਜ਼ੇ ਕਰਕੇ ਬੰਦਾ ਜਿੱਦਾਂ ਨਹੀਂ। ਚਲੋ ਜੀ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਦੇਖੋ ਲਾਟਰੀਆਂ ਦਾ ਨਾਂ ਆਇਆ ਤਾਂ ਵੀ ਤੁਹਾਡਾ ਨਾਂ ਵੱਜਿਆ, ਸਰੂਪ ਜੀ ਨੇ ਕੋਈ ਰਾਸ਼ਨ ਦੀ ਗੱਲ ਕੀਤੀ, ਉਹਦੇ 'ਚ ਵੀ ਤੁਹਾਡਾ ਨਾਂ। ਕਹਿਣ ਤੋਂ ਭਾਵ ਵੀ ਜੇ ਕੋਈ ਘਟਨਾ ਵਾਪਰਦੀ ਹੈ, ਕੋਈ ਘਪਲਾ ਹੁੰਦਾ, ਹਰ ਥਾਂ 'ਤੇ ਹੀ ਜੋ ਕਿਉਂ ਬੋਲਦਾ ਕਿ ਜੋ ਦਾ ਕਰੈਕਟਰ ਇਹ ਰਹਿ ਗਿਆ ਹੁਣ। ਇਹ ਮੈਂ ਇਹਦਾ ਵੀ ਤੁਹਾਨੂੰ ਜਵਾਬ ਦਿੰਦਾ, ਲੋਟਰੀ ਦਾ ਵੀ, ਰਾਸ਼ਨ ਦਾ ਵੀ। ਅਕਾਲੀ ਦਲ ਦੇ ਟਾਈਮ 'ਤੇ 70 ਦੁਕਾਨਾਂ ਹੁੰਦੀਆਂ ਸੀ ਇੱਥੇ ਇਲੀਗਲ, ਜੀ, ਰਾਈਟ। ਇੱਕ ਗੱਲ ਉਹਨਾਂ ਨੇ ਸਹੀ ਕਹੀ ਹੈ ਕਿ ਯੈਸ, ਕਾਂਗਰਸ ਦੇ ਟਾਈਮ 'ਤੇ 2017 ਜੋ ਸਰਕਾਰ ਬਣੀ ਆ, ਉਸ ਤੋਂ 6 ਮਹੀਨੇ ਬਾਅਦ 100 ਦੁਕਾਨਾਂ ਖੁੱਲ੍ਹ ਗਈਆਂ ਸੀ, ਜੀ, ਰਾਈਟ। ਅਸੀਂ ਨਵੇਂ ਸੀ, ਜਿਹੜਾ ਕੋਈ ਆਉਂਦਾ ਸੀ ਕਿ ਜੀ ਇੱਥੇ ਪਹਿਲਾਂ ਸਾਡੀ ਦੁਕਾਨ ਬੰਦ ਹੋ ਗਈ, ਅਸੀਂ ਤਾਂ ਇੱਥੇ ਸਾਡੀ ਪਹਿਲਾਂ ਇੱਧਰਲੇ ਮਾਰਕੀਟ ਸ਼ਿਫਟ ਕਰਕੇ ਉੱਧਰ ਲੈ ਕੇ ਜਾ ਰਹੇ ਹਾਂ, ਜਿਹੜਾ ਕਿ ਗਲਤ ਸੀਗਾ। ਉੱਥੇ ਵੀ ਖੋਲ੍ਹ ਲਈ, ਉੱਧਰ ਵੀ ਖੋਲ੍ਹ ਲਈ। ਇੱਕੋ ਬੰਦੇ ਨੇ 2-2 ਦੁਕਾਨਾਂ ਖੋਲ੍ਹ ਲਈਆਂ ਕਿ ਯਾਰ ਵੀ ਹੁਣ ਤਾਂ 70 ਤਾਂ ਚੱਲਦੀਆਂ ਸੀ, ਆਪਾਂ 100 ਖੋਲ੍ਹ ਲਈਏ, ਜੀ। ਇਲੀਗਲ ਸੀ। ਬੰਦ ਕਿਹਨੇ ਕਰਾਈਆਂ ਜੀ? 10 ਸਾਲ ਇਹਨਾਂ ਨੇ ਇੱਕ ਵੀ ਦੁਕਾਨ ਬੰਦ ਕੀਤੀ। ਅਤੇ ਇਕੱਲੇ ਇੱਥੇ ਨਹੀਂ ਬੰਦ ਹੋਈਆਂ, ਆਫਟਰ 2 years ਸਾਰੇ ਪੰਜਾਬ 'ਚ FM ਸਾਹਿਬ ਨੇ ਇਹੀ ਮੁੱਦਾ ਬਠਿੰਡੇ ਦਾ CM ਸਾਹਿਬ ਨਾਲ, ਇੱਕ ਕੈਬਨਿਟ 'ਚ ਔਨਲਾਈਨ ਲੋਟਰੀ ਬੰਦ ਹੋਈ ਹੈ। 1500 ਕਾਊਂਟਰ ਸੀ ਜੀ ਲੁਧਿਆਣਾ ਸ਼ਹਿਰ ਦੇ ਵਿੱਚ, ਜੀ, 1500 ਕਾਊਂਟਰਸ। ਕਿਤੇ ਚਲੇ ਜਾਓ ਪੰਜਾਬ 'ਚ, ਹੁਣ ਤੁਹਾਨੂੰ ਕੰਪਿਊਟਰ ਵਾਲੀ ਲੋਟਰੀ ਨਹੀਂ ਮਿਲੂਗੀ ਜੀ। ਇੱਥੇ ਕਿੰਨੀਆਂ ਹੁੰਦੀਆਂ ਸੀ। ਹਮੇਸ਼ਾ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਤੋਂ ਕੋਈ ਗਲਤੀ ਨਹੀਂ ਹੋਈ, ਜੇ ਇਹਨਾਂ ਨੇ 70 ਇਲੀਗਲ ਖੋਲ੍ਹੀਆਂ ਸੀ, 10 ਸਾਲ ਚਲਾਈਆਂ ਸੀ, ਤਾਂ 6 ਮਹੀਨੇ ਬਾਅਦ 100 ਇੱਥੇ ਵੀ ਸੀਗੀਆਂ ਵਿਚ ਵਰ ਇਲੀਗਲ, ਜੀ। ਯੂ ਆਰ ਐਬਸੋਲੂਟਲੀ ਰਾਈਟ। 25-30 ਰਜਿਸਟਰਡ ਸੀ, were also illegal, right, to study the whole lottery law। ਕਿ ਜਦੋਂ ਔਨਲਾਈਨ ਹੀ ਇਲੀਗਲ ਹੋ ਗਈ ਸੀ ਆਫਟਰ 2 years, ਫਿਰ ਬੰਦ ਕਰਨੀਆਂ ਸਾਰੀਆਂ ਬੰਦ ਕਰਤੀਆਂ ਜੀ। ਫਿਰ ਤਾਂ ਨਾ ਕੋਈ ਲੀਗਲ ਹੈ ਅਤੇ ਨਾ ਕੋਈ ਇਲੀਗਲ ਹੈਗੀ। ਫਿਰ ਰਾਸ਼ਨ ਦੀ ਤੁਸੀਂ ਗੱਲ ਕੀਤੀ ਹੈ, ਰਾਸ਼ਨ ਇਹਨਾਂ ਨੇ ਕਿਹਾ ਜੀ ਰਾਸ਼ਨ ਖਾ ਗਏ। ਕਿਹਦਾ ਰਾਸ਼ਨ ਖਾ ਗਏ? ਰਾਸ਼ਨ ਤਾਂ ਸਰਕਾਰ ਦਾ ਵੰਡਿਆ ਹੀ ਨਹੀਂ, ਜੀ। ਇਹ ਸਾਰੇ NGOs ਨਾਲ ਚੱਲਣ। ਸੰਪਰਨ NGO ਹੈ, ਉਹਨਾਂ ਦੇ ਮੇਰੇ ਨਾਲ ਮੇਰੀ ਹੋਰੀ ਮੁੰਡੇ ਹੈਗੇ ਆ, ਅੱਜੂ ਹੋਰੀ ਮੁੰਡੇ ਹੈਗੇ ਆ, ਮੇਰੇ ਨਾਲ ਜਾ ਕੇ ਇਹਨਾਂ ਨੇ ਜਾ ਕੇ ਤੋਬਿਆਂ ਨੇ ਅਸੀਂ ਵੰਡਿਆ। ਉਹ ਕਹਿੰਦੇ ਜੀ ਅਸੀਂ ਹਰ ਰੋਜ਼ ਦੇ 300-400 ਪੈਕਟ ਤੁਹਾਨੂੰ ਦੇ ਦਿਆ ਕਰਾਂਗੇ, ਰਾਈਟ। ਕੋਸ਼ਿਸ਼ ਕਰਾਂਗੇ 1000 ਤੱਕ, ਅਤੇ ਸਾਨੂੰ ਤਾਂ ਬਸਤੀਆਂ ਲੈ ਚੱਲੋ। ਅਨਿਲ ਭੋਲੇ ਹੋਰੀ ਹੈਗੇ ਆ, ਅਸ਼ੋਕ ਪ੍ਰਧਾਨ ਹੋਰਾਂ ਨੇ ਲਾਈਨੋਂ ਪਾਰ ਵੰਡਿਆ। ਮਤਲਬ ਕਿ ਅਰੁਣ ਹੋਰਾਂ ਨੇ, ਅਰੁਣ ਵਧਾਵਨ ਹੋਰਾਂ ਨੇ ਕੌਪਸ ਕਲੱਬ ਦੇ ਵਿੱਚੋਂ ਦੀ ਲੈ ਕੇ ਅਤੇ ਸਿਵਲ ਲਾਈਨਸ ਕਲੱਬ ਵਾਲਿਆਂ ਨੇ ਰਾਸ਼ਨ ਤਿਆਰ ਕਰਕੇ ਵੰਡਿਆ, ਜੀ। ਸਰਕਾਰ ਦਾ ਤਾਂ ਵੰਡਿਆ ਹੀ ਨਹੀਂ। ਅਤੇ ਸਵਰਨ ਜੀ 400 ਰੁਪਏ ਦੇ ਪੈਕਟ 'ਚ ਹੁਣ ਮੈਂ 10 ਰੁਪਏ ਦੀ ਸਾਬਣ ਕੱਢ ਲੂँਗਾ।
ਸਾਡੇ ਪਰਿਵਾਰ ਨੇ ਮੈਂ ਬਠਿੰਡੇ ਵਾਲੇ ਸ਼ਾਇਦ ਨਾ ਜਾਣਦੇ ਹੋਣ ਕਿ ਅਸੀਂ ਨਾ ਤਾਂ ਕੋਈ ਧਰਮ ਦੇ ਵਿੱਚ ਕੋਈ ਫਰਕ ਰੱਖਦੇ ਹਾਂ। ਜੌਹਲ ਫੈਮਿਲੀ ਨੇ, ਸਰਦਾਰ ਰੋਡਾ ਸਿੰਘ ਸੁੰਦਰ ਸਿੰਘ ਦੀ ਅਸੀਂ ਔਲਾਦ ਹੈ। ਸਾਡੀ ਫੈਮਿਲੀ ਹੈ, ਮੇਰੇ ਤਾਇਆ ਜੀ ਦੀ ਫੈਮਿਲੀ ਹੈ। ਅਸੀਂ ਗੁਰਦੁਆਰੇ ਨੂੰ ਜੌਹਲ ਫੈਮਿਲੀ ਨੇ ਮਰਲਿਆਂ ਜਾਂ ਕਨਾਲਾਂ 'ਚ ਨਹੀਂ, ਕਿੱਲਿਆਂ 'ਚ ਜ਼ਮੀਨ ਦਾਨ ਕੀਤੀ ਹੈ। ਜ਼ੀਰਾ ਸ਼ਹਿਰ 'ਚ ਅੱਜ ਚਲੇ ਜਾਓ, ਜ਼ੀਰਾ ਸ਼ਹਿਰ ਦੇ ਸੈਂਟਰ ਦੇ ਵਿੱਚ ਦੁਸ਼ਹਿਰਾ ਗਰਾਊਂਡ, ਰਾਮਲੀਲਾ ਗਰਾਊਂਡ ਜੌਹਲ ਫੈਮਿਲੀ ਦੀ ਦਾਨ ਕੀਤੀ ਹੋਈ ਹੈ। ਜੇ ਅਸੀਂ ਕਿੱਲਿਆਂ 'ਚ ਦਾਨ ਕਰ ਸਕਦੇ ਹਾਂ, ਫਿਰ ਅਸੀਂ ਕੋਈ ਭੁਜੀਆ ਥੋੜ੍ਹਾ ਨਾ ਕੱਢਾਂਗੇ ਗਰੀਬਾਂ ਦਾ, ਜਾਂ ਕੋਈ ਨਮਕ ਦਾ ਪੈਕਟ ਕੱਢ ਲਾਂਗੇ। ਇਹ ਬਹੁਤ ਛੋਟੀ ਸੋਚ ਹੈ। ਜਿਹੜੇ ਤੁਸੀਂ ਮੇਰੇ ਫਾਦਰ ਨੂੰ ਜਾਣਦੇ ਸੀ ਜੀ, ਮੈਂ ਸਰਦਾਰ ਸਾਧੂ ਸਿੰਘ ਜੌਹਲ ਦਾ ਬੇਟਾ। ਮੈਂ ਗਰੀਬ ਦੇ ਇਹ ਨਹੀਂ ਹੋ ਸਕਦਾ, ਮਰਨਾ ਮਨਜ਼ੂਰ ਹੈ ਫਿਰ ਤਾਂ, ਕਿ ਅਸੀਂ ਕਿਸੇ ਗਰੀਬ ਨੂੰ, ਮੇਰੇ ਪਿੰਡ ਚਲੇ ਜਾਓ ਤੁਸੀਂ, ਕਿਸੇ ਗਰੀਬ ਦੇ ਰੈਂਡਮਲੀ, ਚਾਹੇ ਉਹ ਅਕਾਲੀ ਦਲ ਦਾ, ਕਾਂਗਰਸ ਦਾ, ਕਿਸੇ ਰੈਂਡਮ ਗਰੀਬ ਨੂੰ ਪੁੱਛ ਲਓ ਵੀ ਗਰੀਬਾਂ ਵਾਸਤੇ ਕੀ ਕਰਦਾ ਜੋ। ਮੈਂ ਬਾਬਾ ਖੇਤਰਪਾਲ ਨੂੰ ਮੰਨਦਾ, ਡਰਦੇ ਹਾਂ ਅਸੀਂ ਉਹਨਾਂ ਦੇ ਮੰਦਰ ਲਈ ਮੈਂ ਦਾਨ ਕਰ ਰਿਹਾ। ਅਸੀਂ ਗਰੀਬਾਂ ਦੇ, ਯਾਰ ਦੱਸੋ ਯਾਰ, ਧੋਬੀਆਂ ਨੇ ਤੇ ਗਰੀਬਾਂ ਦਾ ਰਾਸ਼ਨ ਖਾ ਲਾਂਗੇ, ਫਿਰ ਤਾਂ ਸਾਡੇ ਸਾਰੀ ਉਮਰ ਹੀ ਰੱਬ ਨੇ ਨਹੀਂ ਬਖਸ਼ਣਾ ਸਾਨੂੰ। ਜੋ ਜੀ, ਜੇਕਰ ਦੇਖੋ ਹੁਣ ਮੈਂ ਤਾਂ ਸਭ ਤੋਂ ਪਹਿਲਾਂ, ਕਿਉਂਕਿ ਮੈਂ ਤਾਂ ਮੇਰੇ ਲਿਸਨਰਸ ਕਿਹਾ ਸੀਗਾ ਕਿ ਜਿਹੜੀ ਆਹ ਮੁਲਾਕਾਤ ਹੋਊਗੀ, ਇਹਦੇ ਵਿੱਚ ਜ਼ਿਆਦਾਤਰ ਮੈਂ ਉਹ ਸਵਾਲਾਤ ਤੁਹਾਨੂੰ ਕਰੂੰਗਾ ਜਿਹੜੇ ਸਰੂਪ ਚੰਦ ਸਿੰਗਲਾ ਨੇ ਤੁਹਾਡੇ ਉੱਤੇ ਲਾਏ ਨੇ, ਕਿਉਂਕਿ ਸਰੂਪ ਚੰਦ ਸਿੰਗਲਾ ਜੀ ਦੇ ਟਾਰਗੇਟ ਰਹੇ ਹੋ ਤੁਸੀਂ ਜੀ। ਨਾ ਮਨਪ੍ਰੀਤ ਬਾਦਲ ਟਾਰਗੇਟ ਸੀ, ਨਾ ਕਾਂਗਰਸ ਪਾਰਟੀ ਟਾਰਗੇਟ ਸੀ, ਨਾ ਕੋਈ ਹੋਰ ਟਾਰਗੇਟ ਸੀਗਾ। ਸੋ ਡਿਵੈਲਪਮੈਂਟ ਦੀ ਗੱਲ ਹੋਈ, ਕੁਝ ਹੋਰ ਗੱਲਾਂ ਹੋਈਆਂ। ਉਹ ਕਹਿੰਦੇ ਕਿ ਜਿੱਥੇ ਵੀ ਜਿਹੜੀ ਅਸੀਂ ਕਹਿੰਦੇ ਅਕਾਲੀ ਦਲ ਦੀ ਡਿਵੈਲਪਮੈਂਟ ਹੋਈ, ਏਮਸ ਲਿਆਂਦਾ, ਅਸੀਂ ਬਠਿੰਡੇ ਦੀ ਨੁਹਾਰ ਬਦਲੀ, ਕਿਉਂਕਿ ਲੋਕ ਕਹਿੰਦੇ ਜੀ ਇੱਥੇ ਪੁਲ ਬਣ ਗਏ, ਫਲਾਈਓਵਰ ਬਣ ਗਏ। ਬਠਿੰਡੇ ਦਾ ਜੇਕਰ ਗੱਲ ਕਰੋ ਤਾਂ ਝੀਲਾਂ ਦੇ ਉੱਤੇ ਵੀ ਆਪਣੇ ਰੈਸਟੋਰੈਂਟ ਬਣਦੀਆਂ ਗੱਲਾਂ ਹੋਈਆਂ। ਕਹਿੰਦੇ ਕਾਂਗਰਸ ਨੇ ਤਾਂ ਕਹਿੰਦੇ ਆ ਕੇ ਕੀਤਾ ਹੀ ਕੁਝ ਨਹੀਂ। ਬਿਲਕੁਲ, ਦੇਖੋ ਇਸ ਗੱਲ 'ਤੇ ਮੈਂ ਉਹਨਾਂ ਨੂੰ ਕ੍ਰੈਡਿਟ ਦਿੰਦਾ ਔਨ ਵਨ ਥਿੰਗ, ਕਿ ਏਮਸ ਲੈ ਕੇ ਆਏ, ਬਹੁਤ ਚੰਗਾ ਉਪਰਾਲਾ ਸੀਗਾ ਜੀ। ਇਹ 'ਚ ਆਈ ਡੋਂਟ ਥਿੰਕ ਸਰੂਪ ਦਾ ਕੋਈ ਰੋਲ ਹੈਗਾ ਇਹਦੇ 'ਚ, ਸਰੂਪ ਜੀ ਦਾ ਕੋਈ ਰੋਲ ਨਹੀਂ ਇਹ 'ਚ। ਕਹਿੰਦਾ ਬਾਕੀ ਡਿਵੈਲਪਮੈਂਟ ਦੀ ਫਿਰ ਆਪਾਂ ਗੱਲ ਕਰੀਏ, ਆਊਟਰ ਸਿਟੀ ਐਂਡ ਇਨਰ ਸਿਟੀ। ਪੁਲ ਦਾ ਉਦਘਾਟਨ ਕਿਹਨੇ ਕੀਤਾ ਸੀ, ਨੀਂਹ ਪੱਥਰ ਕਿਹਨੇ ਰੱਖਿਆ ਸੀ? ਸੁਰਿੰਦਰ ਸਿੰਗਲਾ ਜੀ ਨੇ। ਅੰਡਰ ਬ੍ਰਿਜ ਕਿਹਨੇ ਬਣਾਇਆ? ਸੁਰਿੰਦਰ ਸਿੰਗਲਾ ਜੀ ਨੇ। ਬਾਕੀ ਨੀਂਹ ਪੱਥਰ ਕਿਹਨੇ, ਜਿਹੜੇ ਮੇਨ ਇਨੀਸ਼ੀਅਲ ਜਿਹੜੇ ਮਲਟੀ ਸਟੋਰੀ ਪਾ ਕੇ ਸੁਰਿੰਦਰ ਸਿੰਗਲਾ ਨੇ ਇਹ ਸਾਰੇ ਪ੍ਰੋਜੈਕਟ ਸ਼ੁਰੂ ਕੀਤੇ ਸੀ ਜੀ। ਹਰਸਿਮਰਤ ਬਾਦਲ ਨੇ 2016 ਦੇ ਵਿੱਚ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਤਾ ਸੀਗਾ ਜੀ। ਇਨੋਗ੍ਰੇਸ਼ਨ ਹੋਈ, ਰਾਈਟ, ਵਿਦਆਊਟ ਐਨੀ ਪਰਮਿਸ਼ਨ ਫਰਮ ਦੀ ਆਰਮੀ। ਜਦੋਂ 2017 ਸਰਕਾਰ ਆਈ ਤਾਂ ਕਿਹਾ ਫਿਰ ਨੀਂਹ ਪੱਥਰ ਕਿਉਂ ਰੱਖਿਆ? ਕਿਉਂਕਿ ਵੋਟਾਂ ਲੈਣੀਆਂ ਸੀ। ਹਰ 4 ਦਿਨਾਂ ਬਾਅਦ ਇਹ ਇੱਕ ਨੀਂਹ ਪੱਥਰ ਰੱਖ ਦਿੰਦੇ ਸੀ। ਮਲਟੀ ਸਟੋਰੀ ਬਿਲਡਿੰਗ, ਪੱਥਰ ਉੱਥੇ ਦਾ ਉੱਥੇ ਹੀ ਆ। ਸੁਖਬੀਰ ਜੀ ਨੇ ਸਟੇਜ 'ਤੇ ਬਠਿੰਡੇ ਕਿਹਾ ਸੀਗਾ ਕਿ ਇੱਥੇ ਕ੍ਰਿਕਟ ਦਾ ਸਟੇਡੀਅਮ ਬਣੂਗਾ ਅਤੇ ਸਚਿਨ ਤੰਦੂਲਕਰ ਇੱਥੇ ਛੱਕੇ ਮਾਰਿਆ ਕਰੂਗਾ ਆ ਕੇ, ਚੌਕੇ ਛੱਕੇ। ਸਚਿਨ ਦਾ ਵਿਚਾਰਾ ਰਿਟਾਇਰ ਵੀ ਹੋ ਗਿਆ, ਸਟੇਡੀਅਮ ਬਣਿਆ ਨਹੀਂ, ਹੁਣ ਬਣ ਰਿਹਾ, ਰਾਈਟ। ਅਸੀਂ ਲੈਂਡ ਵੀ ਲੈ ਲਈ ਹੈ, ਪੈਸਾ ਵੀ FM ਸਾਹਿਬ ਨੇ ਜਾਰੀ ਕਰਤਾ, ਰਿਲੀਜ਼ ਕਰਤਾ। ਕਿੱਥੇ ਬਣ ਰਿਹਾ ਇਹ? ਜਿਹੜਾ ਆਪਣਾ ਕੋਪਸ ਕਲੱਬ ਹੈ, ਜਿਹੜਾ ਪੁਲਿਸ ਲਾਈਨ ਦਾ, ਇਹਦੇ ਉੱਤੇ ਸਾਰਾ ਵੱਡਾ ਇਹ ਇੰਟਰਨੈਸ਼ਨਲ ਸਟੈਂਡਰਡਸ ਦਾ ਬਣ ਰਿਹਾ ਹੈਗਾ ਜੀ। ਇਹ ਸਾਰੀ ਇੱਥੇ ਪੂਰੀ ਔਨਲਾਈਨਸ ਔਨ ਪਰਮਿਸ਼ਨ ਫਰੋਮ BCCI ਜੀ। ਹਾਂਜੀ। ਅਤੇ ਤੁਸੀਂ ਬਾਕੀ ਡਿਵੈਲਪਮੈਂਟ ਦੀ ਇਨਰ ਤੁਸੀਂ ਆਊਟਰ ਏਰੀਆ ਲਾ ਲਓ, ਵਾਰਡ ਨੰਬਰ 50 ਤੋਂ ਸ਼ੁਰੂ ਹੋ ਜਾਓ, ਹਰਦੇਵ ਨਗਰ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਅਮਰਪੁਰਾ ਦੇ ਕੋਠੇ ਹੈਗੇ ਆ। ਉਹ ਲੋਕ ਅਮਰਪੁਰਾ ਵਾਰਡ ਨੰਬਰ 2 ਵਾਲੇ ਕਹਿੰਦੇ ਸੀ, ਅਤੇ ਮਲਕੀਤ ਜਿੱਥੋਂ MC ਹੈਗਾ, ਕਿ ਸਾਨੂੰ ਐਂ ਲੱਗਦਾ ਅਸੀਂ ਪਿੰਡ 'ਚ ਰਹਿੰਦੇ ਹਾਂ, ਨੋ ਸੀਵਰੇਜ, ਨੋ ਕੋਈ ਪਾਣੀ ਦੀ ਪੀਣ ਦੀ ਉੱਥੇ ਹੈ ਨਹੀਂ ਸੀ। ਵਾਟਰ ਵਰਕਸ ਦਾ ਪਾਣੀ ਦੀ ਪਾਈਪਾਂ ਜਾ ਰਹੀਆਂ। ਹਰਦੇਵ ਨਗਰ, ਖੇਤਾ ਸਿੰਘ ਬਸਤੀ, ਉੱਥੇ ਝੁੱਗੀਆਂ ਵਿੱਚ ਪਾਣੀ ਅਤੇ ਸੀਵਰੇਜ ਪੈ ਗਿਆ। ਤੁਸੀਂ ਫੇਜ਼ 4 ਅਤੇ 5 ਦੀ ਜਿਹੜੀ ਕਨੈਕਟਿੰਗ ਜਿਹੜਾ ਆਪਣਾ ਜੋਗਾਨੰਦ ਰੋਡ ਹੈ ਜੀ, ਤੁਸੀਂ ਰੋਡ ਦੇਖੋ ਕਿੱਡੀ ਸੋਹਣੀ ਬਣ ਗਈ ਹੈ, ਨਾਲ ਪਾਰਕ ਬਣ ਗਿਆ। ਫਿਰ ਵਾਰਡ ਨੰਬਰ 2 ਨੂੰ 4 ਅਤੇ 5 ਫੇਜ਼ ਨਾਲ ਪੂਡਾ ਦੇ ਨਾਲ ਇੱਕ ਬ੍ਰਿਜ ਬਣਾਇਆ, 2.5 ਕਰੋੜ ਰੁਪਏ ਦਾ ਬ੍ਰਿਜ ਬਣਿਆ। ਉਹ ਤੁਸੀਂ ਬ੍ਰਿਜਸ ਦੇਖੋ ਕਿੱਡੇ ਸੋਹਣੇ ਬਣੇ ਆ। ਪਹਿਲਾਂ ਬਠਿੰਡੇ ਦਾ ਜਿਹੜਾ ਆਹ ਬ੍ਰਿਜ ਬਣਿਆ ਕਿਹਨੇ ਬਣਾਇਆ ਸੀ ਜੀ? ਕਾਂਗਰਸ ਗਵਰਨਮੈਂਟ ਨੇ ਬਣਾਇਆ ਸੀਗਾ। ਬਠਿੰਡੇ ਦਾ ਪਹਿਲਾਂ ਜਦੋਂ ਆਪਣੀ ਮੇਨ ਰੋਡ 'ਤੇ ਪੁਲ ਨਹੀਂ ਸੀ ਹੁੰਦਾ ਗਾ, ਇਹਨਾਂ ਨੇ ਤਾਂ ਚੌਕ ਕਰਤਾ। ਬਠਿੰਡਾ ਦੀ ਜੇ ਤੁਸੀਂ ਹਿਸਟਰੀ ਦੇਖੋ ਸਵਰਨ ਜੀ, ਇੱਥੇ ਛੱਪੜ ਹੁੰਦੇ ਸੀ ਵੱਡੇ ਜੀ, ਇਹ ਬਾਰਿਸ਼ ਦਾ ਪਾਣੀ ਸਾਰਾ ਅਬਜ਼ੌਰਬ ਕਰ ਲੈਂਦੇ ਸੀਗੇ। ਪੋਪੂਲੇਸ਼ਨ ਵੱਧਦੀ ਗਈ। 10 ਸਾਲਾਂ ਵਿੱਚ ਸਰੂਪਜੀਤ ਦੇ ਇਹ ਕੰਟਰੀਬਿਊਸ਼ਨ ਜ਼ਰੂਰ ਹੈ ਕਿ ਛੱਪੜਾਂ 'ਤੇ ਕਬਜ਼ੇ ਕਰਾਏ ਇਹਨਾਂ ਨੇ। DAV ਕਾਲਜ ਦਾ ਪਾਉਂਡ ਕਿੱਡਾ ਵੱਡਾ ਹੁੰਦਾ ਸੀਗਾ ਜੀ,
ਉੱਥੇ ਨਰਕ ਵੱਜਿਆ ਹੋਇਆ ਸੀ। ਅੱਜ ਜਾ ਕੇ ਦੇਖੋ ਡੀਸਿਲਟਿੰਗ ਹੋਈ ਹੈ, ਸਾਰੇ ਉਧਰਲੇ ਏਰੀਆ ਦਾ ਪਾਣੀ ਉੱਥੇ ਉਹਦੇ ਸੀ 20 ਫੁੱਟ ਥੱਲੇ ਉਹਨੂੰ ਪੱਟਿਆ, ਹਜੇ ਹੋਰ ਪੱਟਣਾ ਹੈ। ਆਲੇ ਦੁਆਲੇ ਦੇ ਪਾਰਕ ਬਣ ਰਿਹਾ, ਉਹਨੂੰ 20 ਫੀਟ ਡੀਪ ਕਰਨਾ ਹੈ। ਸੰਜੇ ਨਗਰ ਜਾਓ, ਮੇਨ ਮੁੱਦਾ ਇਲੈਕਸ਼ਨ ਵੇਲੇ ਸੀਗਾ ਕਿ ਇੱਥੇ ਪਾਣੀ ਬਹੁਤ ਖੜਦਾ। ਅਕਾਲੀ ਦਲ ਵੇਲੇ ਸਵਰਨ ਜੀ 3-3 ਦਿਨ ਪਾਣੀ ਖੜਾ ਰਹਿੰਦਾ ਸੀ। ਸਾਡਾ ਟਾਰਗੇਟ ਸੀਗਾ ਲਾਸਟ ਈਅਰ ਟੂ ਬ੍ਰਿੰਗ ਇਟ ਟੂ 8 ਆਵਰਸ, ਰਾਈਟ, ਅਤੇ ਹੁਣ ਅਸੀਂ 4-4.5 ਘੰਟਿਆਂ 'ਤੇ ਆ ਗਏ ਕਿ ਪਾਣੀ 4 ਕੁ ਘੰਟੇ ਰਹਿੰਦਾ ਅਤੇ ਫਿਰ ਪਾਣੀ ਨਿਕਲ ਜਾਂਦਾ। ਸਿਰਕੀ ਬਾਜ਼ਾਰ 3-3 ਦਿਨ ਦੁਕਾਨਾਂ ਨਹੀਂ ਸੀ ਖੁੱਲ੍ਹਦੀਆਂ, ਕਿਉਂਕਿ ਉਹ ਫਿਰ ਕਈ ਵਾਰ ਲੋਕ ਭੁੱਲ ਜਾਂਦੇ ਆ। ਹੁਣ ਘੰਟੇ ਬਾਅਦ ਹੀ ਪਾਣੀ ਚਲੇ ਜਾਂਦਾ। ਕਿੱਥੇ ਜਾ ਰਿਹਾ? ਸਾਰਾ ਪਾਣੀ ਸੰਜੇ ਨਗਰ ਟੋਬਾ ਜਿਹੜਾ ਅਸੀਂ 20 ਫੀਟ ਉਹਨੂੰ ਪੱਟਿਆ ਹੈਗਾ। ਫਿਰ ਸਪੈਸ਼ਲ ਲਾਈਨ ਪਾਵਰ ਹਾਊਸ ਰੋਡ ਜਿਹੜਾ ਪਾਣੀ ਹੈ ਜੀ, ਉਹਦੀ ਸਪੈਸ਼ਲ ਲਾਈਨ ਪਾਈ ਹੈ ਜਿਹੜੀ ਬਾਹਰ ਕਨੈਕਟ ਕਰੂਗੀ ਜੀ ਸਲੇਜ ਕੈਰੀਅਰ ਦੇ ਨਾਲ। ਫਿਰ ਵਕਫ ਦੇ 10 ਕਿੱਲੇ ਲੀਜ਼ 'ਤੇ ਲੈ ਕੇ ਪਰਚੇਜ਼ ਕਰ ਰਹੇ ਹਾਂ ਜੀ, ਉਹ 10 ਕਿੱਲੇ ਪੱਟਦੇ ਕਿ ਸਾਰਾ ਸ਼ਹਿਰ ਦਾ ਪਾਣੀ ਉਧਰ ਨੂੰ ਕਰਦੇ। ਸੋ ਬੇਸਿਕਲੀ 4-5 ਏਰੀਆਜ਼ ਕਰਤੇ ਕਿ ਇੱਥੇ ਪਾਣੀ ਦੇ ਅਗਲੇ ਸੀਜ਼ਨ ਤੱਕ ਸਾਡੇ ਇਹ ਜਿਹੜਾ ਟਾਰਗੇਟ ਹੈ, ਜਿਵੇਂ ਚੰਡੀਗੜ੍ਹ ਵਿੱਚ ਘੰਟੇ ਕੁ ਬਾਅਦ ਪਾਣੀ ਚਲੇ ਜਾਂਦਾ, ਸਾਡਾ ਟਾਰਗੇਟ 1 ਘੰਟੇ 'ਤੇ ਆ ਜਾਣਾ। ਨਹੀਂ ਤਾਂ ਲੋਕ ਤਾਂ ਹੁਣ ਮੈਂ ਵੀਰ ਕਾਲੋਨੀ ਦਿਨ ਕਿਹਾ ਸੀ, ਲੋਕ ਕਹਿੰਦੇ ਅਸੀਂ ਤਾਂ ਆਪਦਾ ਇੱਥੋਂ ਘਰ ਹੀ ਸ਼ਿਫਟ ਕਰ ਜਾਂਗੇ, ਬਿਕੋਜ਼ ਸਾਡੇ ਤਾਂ ਡਰਾਇੰਗ ਰੂਮਾਂ ਦੇ ਵਿੱਚ ਲੋਕਾਂ ਦਾ ਗੋਹਾ ਆ ਜਾਂਦਾ। ਸੋ ਇਹ ਸਾਡਾ ਇਲੈਕਸ਼ਨ ਪ੍ਰੋਮਿਸ ਸੀ ਅਤੇ ਉਹ ਹੁਣ ਪੂਰਾ ਹੋ ਗਿਆ। ਤੂੰ ਆਪਣੇ ਥਰਮਲ ਦੀਆਂ ਚਿਮਨੀਆਂ ਦਾ ਵੀ ਬੜੀ ਗੱਲ ਕਰਦੇ ਹੁੰਦੇ ਸੀ ਐਫਐਮ ਸਾਹਿਬ। ਯੈਸ, ਕਹਿੰਦੇ ਹੁੰਦੇ ਸੀ ਮੇਰਾ ਕਹਿੰਦੇ ਇਹ ਸੁੰਨੀਆਂ ਪਈਆਂ ਅਤੇ ਮੈਂ ਕਾਲਜਾ ਮੇਰਾ ਡੁੱਬਦਾ ਜਦੋਂ ਵਿੱਚੋਂ ਇਹਨਾਂ ਦੇ ਧੂੰਆਂ ਨਹੀਂ ਨਿਕਲਦਾ। ਬਿਲਕੁਲ ਕਿਹਾ ਸੀਗਾ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਦੇਖੋ 2 ਅਸੀਂ ਗੱਲਾਂ ਕਹੀਆਂ ਸੀ ਐਫਐਮ ਸਾਹਿਬ ਨੇ ਕਿ ਇੱਕ ਤਾਂ ਚਿਮਨੀਆਂ ਸੁੰਨੀਆਂ ਪਈਆਂ, ਚਿਮਨੀਆਂ ਜ਼ਰੂਰ ਚੱਲਣਗੀਆਂ, ਇੱਕ ਕਚਰੇ ਪਲਾਂਟ ਬਾਰੇ ਕਿਹਾ ਸੀ ਜੀ। ਠੀਕ ਹੈ, ਜਦੋਂ ਤੁਸੀਂ ਸਰਕਾਰ ਤੋਂ ਬਾਹਰ ਹੁੰਦੇ ਸਵਰਨ ਜੀ, ਤਾਂ ਜੋ ਪੇਪਰਸ ਐਫਐਮ ਸਾਹਿਬ ਨੂੰ ਪ੍ਰੋਵਾਈਡ ਹੋਏ, ਜੋ ਆਰਟੀਆਈਜ਼ ਪ੍ਰੋਵਾਈਡ ਹੋਈਆਂ, ਉਹ 'ਚ ਇਹੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ 800 ਕਰੋੜ ਰੁਪਏ ਇਹਨਾਂ 'ਤੇ ਲਾਇਆ, ਰਾਈਟ। 800 ਕਰੋੜ ਰੁਪਇਆ ਲਾ ਕੇ ਨਵਾਂ ਥਰਮਲ ਪਲਾਂਟ ਤਾਂ 2000 ਕਰੋੜ 'ਚ ਬਣ ਜਾਂਦਾ 2200 'ਚ, ਇਹਨਾਂ ਨੇ 800 ਪੁਰਾਣੇ 'ਤੇ ਲਾਤਾ। ਸੋ ਜੋ ਫੈਕਚੁਅਲ ਇਨਫੋਰਮੇਸ਼ਨ ਸਾਹਮਣੇ ਸੀ ਤਾਂ ਐਂ ਲੱਗਦਾ ਸੀ ਕਿ ਬੜਾ ਵਾਇਬਲ ਪ੍ਰੋਜੈਕਟ ਹੈ। ਅਤੇ ਐਫਐਮ ਸਾਹਿਬ ਨੇ ਕਈ ਇੰਜੀਨੀਅਰ ਨਾਲ ਕਹਿੰਦੇ ਜੀ ਇਹ ਚੱਲ ਜੂਗਾ, ਬਹੁਤ ਪੈਸੇ ਲਾਤੇ हैं, 700 ਕਰੋੜ ਨਾ ਇਹ 'ਚ ਕੋਈ ਫਾਲਟ ਹੈ। ਪਰ ਜਦੋਂ ਸਰਕਾਰ ਬਣੀ ਅਤੇ ਐਕਚੁਅਲੀ ਦੇਖਿਆ ਕਿ ਇਹਨਾਂ ਦੀ ਪਰਚੇਜ਼ ਅਗਰੀਮੈਂਟਸ ਕੀ ਕੀਤੀਆਂ ਹੋਈਆਂ ਇਹਨਾਂ ਨੇ ਬਿਜਲੀ ਕਿਸ 'ਤੇ ਕੀਤੀ ਹੈ ਕਿ ਬਿਜਲੀ ਇਹਨੂੰ ਚਲਾਉਣ ਤੋਂ ਸਸਤੀ ਬਾਹਰੋਂ ਮਿਲ ਰਹੀ ਸੀਗੀ ਜੀ। ਬਟ ਇਟ ਡਜ਼ ਨਾਟ ਇਫੈਕਟ ਆਲ ਆਫ ਬਠਿੰਡਾ। ਤੁਸੀਂ ਆਪ ਦੇਖੋ ਕਿ ਜਦੋਂ ਕਾਲਜ ਜਾਂ ਅੱਜ ਤੋਂ 10 ਸਾਲ ਪਹਿਲਾਂ ਜਦੋਂ ਥਰਮਲ ਚੱਲਦਾ ਹੁੰਦਾ ਸੀ ਤਾਂ ਲੋਕਾਂ ਦੀ ਕੀ ਸ਼ਿਕਾਇਤ ਹੁੰਦੀ ਸੀ ਕਿ ਕੱਪੜੇ ਕਾਲੇ ਹੋ ਜਾਂਦੇ ਸੀ। ਬਾਹਰਲੇ ਪਿੰਡਾਂ ਤੱਕ ਇਹਦੀ ਸਾਰੇ ਜਿਹਨੂੰ ਆਪਾਂ ਸੂਟ ਕਹਿੰਦੇ ਦੀ ਐਸ਼ ਜਾਂਦੀ ਸੀ, ਲੋਕਾਂ ਦੇ ਉੱਤੇ ਡਿੱਗਦੀ ਸੀ। ਆਸੇ ਪਾਸਿਓਂ ਕਾਲੋਨੀਜ਼ ਜਾ ਕੇ ਪਾਣੀ ਦੇਖੋ ਕਿੰਨਾ ਸਾਫ਼ ਹੋ ਗਿਆ ਅੰਡਰਗਰਾਊਂਡ, ਬਿਕੋਜ਼ ਇਹ ਪੋਲੂਸ਼ਨ ਕਿੰਨੀ ਘੱਟ ਗਿਆ। ਅੱਜ ਆਪਾਂ ਕੀ ਕਰ ਰਹੇ ਹਾਂ, ਕਲਾਈਮੇਟ ਚੇਂਜ ਬਾਰੇ ਕਰ ਰਹੇ ਹਾਂ। ਬਟ ਇੱਥੇ ਇਹ ਐਲੀਗੇਸ਼ਨ ਲੱਗਿਆ ਕਿ ਇਹ ਤਾਂ ਮਨਪ੍ਰੀਤ ਦੇ ਰਿਸ਼ਤੇਦਾਰ ਨੇ ਸਾਰੀ ਜ਼ਮੀਨ ਵੇਚ ਦੇਣੀ ਹੈ, ਇੱਥੇ ਤਾਂ ਇਹ ਤਾਂ ਸ਼ਾਪਿੰਗ ਮਾਲ ਖੋਲ੍ਹੂਗਾ, ਇੱਥੇ ਫਾਰਮਾਸਿਊਟੀਕਲ ਪਾਰਕ ਕਰ ਰਹੇ ਹਾਂ ਜੀ। ਵੀ ਆਰ ਟਰਾਈਂਗ ਕਿ ਆ ਜਾਵੇ 1000 ਸਭ ਤੋਂ ਵੱਡਾ ਇੰਡਸਟਰੀਅਲ ਪਾਰਕ ਪੰਜਾਬ ਦਾ ਇੱਥੇ ਆ ਰਿਹਾ। ਪਰ ਦੇਖੋ ਜਿਵੇਂ ਤੁਸੀਂ ਪਹਿਲਾਂ ਵਾਈਬਲ ਦੀ ਗੱਲ ਕੀਤੀ, ਬਠਿੰਡੇ ਦੇ ਵਿੱਚ 2 ਇੰਡਸਟਰੀਅਲ ਏਰੀਆਜ਼ ਨੇ, ਗਰੋਥ ਸੈਂਟਰ ਅਤੇ ਇੰਡਸਟਰੀਅਲ ਏਰੀਆ ਜਿਹੜਾ ਮਾਨਸਾ ਰੋਡ ਅਤੇ ਡੱਬ ਵਾਲੀ ਰੋਡ। ਸਾਡੇ ਇੱਥੇ ਡਰਾਈ ਪੋਰਟ ਹੁੰਦਾ ਸੀ, ਕੰਟੇਨਰਸ ਇੱਥੋਂ ਜਾਂਦੇ ਸੀ, ਤਾਂ ਹੀ ਇਹ ਡਰਾਈ ਪੋਰਟ ਕਿਹਾ ਜਾਂਦਾ ਸੀ। ਪਿਛਲੇ 10 ਸਾਲਾਂ ਤੋਂ ਵੀ ਉੱਤੇ ਸਮਾਂ ਲੰਘ ਗਿਆ, ਇੱਕ ਵੀ ਕੰਟੇਨਰ ਬਠਿੰਡੇ 'ਚੋਂ ਬਾਹਰ ਨਹੀਂ ਗਿਆ, ਡਰਾਈ ਪੋਰਟ ਬੰਦ ਹੋ ਗਿਆ। ਇੰਡਸਟਰੀਅਲੀ ਜਦੋਂ ਮਾਹੌਲ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ, ਫਿਰ ਅਸੀਂ ਕਿੱਥੋਂ ਲਿਆਵਾਂਗੇ? ਗੱਲ ਤਾਂ ਇਹੀ ਆ ਗਈ ਨਾ। ਕੱਲ੍ਹ ਵੀ ਮੈਂ ਇੱਕ ਇੰਟਰਵਿਊ ਕਰ ਰਿਹਾ ਸੀਗਾ ਵਪਾਰ ਮੰਡਲ ਦੇ ਇੱਕ ਰਿਪਰੈਜ਼ੈਂਟੇਟਿਵ ਨਾਲ, ਉਹ ਵੀ ਇਹੀ ਕਹਿੰਦੇ ਕਿ ਜਿਹੜੀਆਂ ਸਰਕਾਰਾਂ ਨੇ ਜੀ, ਜਦੋਂ ਇੱਕ ਥਾਂ 'ਤੇ ਵੱਡੇ ਇੰਡਸਟਰੀਅਲਿਸਟ ਨੇ ਉਹ ਸਬਸਿਡੀਜ਼ ਲੈ ਜਾਂਦੇ ਨੇ, ਦੂਜਾ ਜਿਹੜਾ ਇੰਡਸਟਰੀਅਲਿਸਟ ਆ ਉਹ ਮਰ ਜਾਂਦਾ ਹੈ। ਸੋ ਜਦੋਂ ਇਹ ਪੋਲਿਸੀਜ਼ ਹੀ ਫੇਵਰੇਬਲ ਹੈ ਨਹੀਂ, ਫਾਈਨੈਂਸ ਮਿਨਿਸਟਰ ਸਾਹਿਬ ਤਾਂ ਖੁਦ ਉਸ ਡਿਪਾਰਟਮੈਂਟ ਨੂੰ ਦੇਖ ਰਹੇ ਨੇ, ਫਿਰ ਇਹ ਲੁਭਾਵਣੇ ਜੇ, ਮੈਨੂੰ ਤਾਂ ਲੁਭਾਵਣੇ ਜੇ ਵਾਅਦੇ ਲੱਗਦੇ ਆ ਇਹ ਤੁਹਾਡੇ। ਨਹੀਂ ਬਿਲਕੁਲ, ਦੇਖੋ ਜਦੋਂ ਤੁਸੀਂ ਆਪਾਂ ਸਪੀਚ ਦਿੰਦੇ ਹਾਂ ਜਾਂ ਵਾਅਦੇ, ਐਂ ਲੱਗਦਾ ਵੀ ਇਹ ਸਾਰਾ ਵੋਟਾਂ ਲੈਣ ਕਰਕੇ। ਐਫਐਮ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਹਰ ਮਹੀਨੇ ਮੈਂ ਕਾਰਖਾਨਾ ਲੈ ਕੇ ਆਊਂਗਾ। ਅਸੀਂ ਉਸ ਗੱਲ 'ਤੇ ਸਟੈਂਡ ਕਰਦੇ ਹਾਂ। ਦੇਖੋ ਟਾਈਮ ਲੱਗਦਾ, ਫਾਈਨੈਂਸ਼ੀਅਲ ਪੋਜੀਸ਼ਨ ਵਾਜ਼ ਵੈਰੀ ਬੈਡ, ਬਹੁਤ ਬੁਰਾ ਹਾਲ ਸੀ ਇੱਥੇ। ਗਰੋਥ ਸੈਂਟਰ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਨੇ ਗਰੋਥ ਸੈਂਟਰ ਦੇ ਵਿੱਚ ਪਾਣੀ ਦੇ ਟ੍ਰੀਟਮੈਂਟ ਪਲਾਂਟ 'ਤੇ ਓਵਰਹੈਡ ਪਾਣੀ ਦੀ ਟੈਂਕੀ ਦਾ ਨੀਂਹ ਪੱਥਰ ਰੱਖਿਆ ਸੀ ਸੁਖਬੀਰ ਜੀ ਨੇ। ਪੈਸੇ ਕਿਹਨੇ ਜਾਰੀ ਕੀਤੇ? ਕਾਂਗਰਸ ਸਰਕਾਰ ਨੇ। ਬਣਾਇਆ ਕਿਹਨੇ ਹੁਣ ਪਾਣੀ ਦਾ? ਐਫਐਮ ਸਾਹਿਬ ਨੇ। ਹੁਣੇ ਥੋੜ੍ਹੇ ਦਿਨ ਪਹਿਲਾਂ ਉਦਘਾਟਨ ਹੋਇਆ ਉਹਦਾ, ਸਾਰਾ ਟ੍ਰੀਟਮੈਂਟ ਪਲਾਂਟ ਉੱਥੇ ਹੋਇਆ। ਗਰੋਥ ਸੈਂਟਰ ਵਾਲੇ ਕਹਿੰਦੇ ਇੱਥੇ ਕਦੀ ਡਿਵੈਲਪਮੈਂਟ ਹੀ ਸੀ ਹੋਈ। ਸੜਕਾਂ ਕਿਹਨੇ ਹੁਣ ਬਣਾਈਆਂ?
FM ਸਾਹਿਬ ਨੇ ਬਣਾਈਆਂ। ਹੁਣ ਹਰ ਹੁਣ ਤਾਂ ਚਲੋ ਕਰੋਨਾ ਦੀ ਮਾਰਾਮਾਰੀ ਆ ਗਈ, every month meetings in Bangalore, in Bombay, literally begging industrialists ਕਿ ਤੁਸੀਂ ਇੱਥੇ ਆਓ ਤੇ ਸਾਡੇ ਤੋਂ ਫ੍ਰੀ 'ਚ ਜ਼ਮੀਨ ਲਓ, ਜੋ ਕੰਸੈਸ਼ਨਸ ਚਾਹੀਦੇ ਆ ਤੁਸੀਂ ਇੱਥੇ ਜ਼ਰੂਰ ਆਓ। ਬਟ ਹੁਣ ਤਾਂ ਆਪਾਂ ਕਰੋਨਾ ਦਾ ਬਹਾਨਾ ਮਾਰਦੇ, ਇਕੋਨਮੀ ਡਾਊਨ ਹੋ ਗਈ, ਬਿਲਕੁਲ ਰਾਈਟ, ਬਟ ਬਹਾਨਾ ਨਹੀਂ, ਇਟ ਇਜ਼ ਰਿਐਲਿਟੀ, ਇਕੋਨਮੀ ਡਾਊਨ। ਪਰ ਉਸ ਤੋਂ ਪਹਿਲਾਂ ਹੀ ਇਕੋਨਮੀ ਵਾਜ਼ ਗੋਇੰਗ ਡਾਊਨ, ਬਿਜ਼ਨਸ ਥੋੜ੍ਹੀ ਜਿਹੀ ਇਟ ਵਿਲ ਟੇਕ ਟਾਈਮ। ਬਟ ਸਾਡਾ ਇੱਕ ਵਾਅਦਾ ਹੈ ਕਿ ਇਸ 1200 ਏਕੜ ਦੇ ਵਿੱਚ ਅਸੀਂ ਇੱਥੇ ਇੰਡਸਟਰੀ ਲੈ ਕੇ ਆਉਣੀ, ਕਿਉਂਕਿ ਬਠਿੰਡਾ ਨੂੰ ਇੱਕ ਹੁਣ ਨਵੀਂ ਚੀਜ਼ ਚਾਹੀਦੀ ਹੈ, ਰਾਈਟ। ਪਹਿਲਾਂ 70s ਵਿੱਚ ਥਰਮਲ ਸੀ, ਬਠਿੰਡਾ ਨੂੰ ਉੱਪਰ ਲੈ ਕੇ ਆਇਆ, ਰਿਫਾਈਨਰੀ ਉੱਪਰ ਲੈ ਕੇ ਆਈ ਬਠਿੰਡਾ ਨੂੰ, ਹੁਣ ਇਹ ਇੰਡਸਟਰੀਅਲ ਪਾਰਕ ਉੱਪਰ ਲੈ ਕੇ ਆਊਗਾ। ਦਿਸ ਵਿਲ ਬੀ ਦ ਨੈਕਸਟ ਥਿੰਗ ਫॉर 10 ਇਅਰਸ। ਲੈਟਸ ਕਮ ਟੂ ਬੈਕ ਟੂ ਬਠਿੰਡਾ ਪੋਲਿਟਿਕਸ। ਕਾਰਪੋਰੇਸ਼ਨ ਦੇ ਇਲੈਕਸ਼ਨ ਡਿਊ ਨੇ ਜੀ, ਸੋ ਵਾਟ ਵਿਲ ਬੀ ਯਰ ਮੇਨ ਏਜੰਡਾ ਕਾਰਪੋਰੇਸ਼ਨ ਦੇ ਇਲੈਕਸ਼ਨਸ ਦੇ ਵਿੱਚ, ਐਂਡ ਕਿਸ ਤਰ੍ਹਾਂ ਤੁਹਾਡੀਆਂ ਜਿਹੜਾ ਨਾ ਇਹਦੇ ਵਿੱਚ ਕੈਂਡੀਡੇਟਸ ਦੀ ਸਿਲੈਕਸ਼ਨ ਤੇ ਮੇਅਰ ਦੀ ਸਿਲੈਕਸ਼ਨ ਕੀ ਹੁਣੇ ਤੋਂ ਹੀ ਡਿਸਾਈਡ ਕੀਤਾ ਹੋਇਆ, ਕੀ ਕੁਛ ਹੋਏਗਾ? ਦੇਖੋ, ਕਾਂਗਰਸ ਪਾਰਟੀ ਦਾ ਇੱਕ ਅਲੱਗ ਸਿਸਟਮ ਹੈ। ਕਾਂਗਰਸ ਦੀ ਪਾਰਟੀ ਦੇ ਫਰੋਮ ਜਾਖੜ ਸਾਹਿਬ, ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਪੰਜਾਬ ਦੇ, ਇੱਕ ਪੈਨਲ ਤਿਆਰ ਹੁੰਦਾ ਉੱਥੇ। ਪਹਿਲਾਂ ਤਾਂ ਸੈਂਟਰਲ ਕਮੇਟੀ ਜਿਹੜੀ ਇਹਨਾਂ ਦੀ ਪੰਜਾਬ ਦੀ ਕਮੇਟੀ ਹੈ ਉਹ ਤਿਆਰ ਹੋ ਕੇ ਬਠਿੰਡਾ ਆਊਗੀ, ਜਿਹੜੇ ਆਬਜ਼ਰਵਰਸ ਆਉਣਗੇ। ਇੱਕ ਸਾਡੀ ਲੋਕਲ ਇੱਥੇ ਦ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਰੁਣ ਵਧਾਵਨ ਜੀ ਹੈਗੇ ਨੇ, ਇਹ ਇੱਕ ਇੱਥੇ ਪੈਨਲ ਬਣੂਗਾ, ਚੇਅਰਮੈਨ ਇੰਪਰੂਵਮੈਂਟ ਟਰਸਟ ਹੈ, ਚੇਅਰਮੈਨ ਪਲੈਨਿੰਗ ਬੋਰਡ ਹੈ, ਸਾਰੇ ਇਹਨਾਂ ਦਾ ਇੱਕ ਪੈਨਲ ਬਣੂਗਾ, ਸੀਨੀਅਰ ਲੀਡਰਸ। ਇੱਥੋਂ ਸਿਲੈਕਸ਼ਨ ਹੋਊਗੀ, ਫਿਰ ਉਹ ਫਾਈਨਲ ਕਰਨਗੇ, ਉਹ ਇੰਟਰਵਿਊਜ਼ ਲੈਣਗੇ। ਸਾਨੂੰ ਕਿਹਾ ਗਿਆ ਵੀ 3 ਨਾਮ ਤੁਸੀਂ ਹਰ ਇੱਕ ਵਾਰਡ 'ਚੋਂ ਤੁਸੀਂ ਪ੍ਰਪੋਜ਼ ਕਰਕੇ ਭੇਜੋ, ਐਂਡ ਦੈਨ ਇੰਡੀਪੈਂਡੈਂਟਲੀ ਵੀ ਵਿਲ ਆਲਸੋ ਅਸੈਸ ਕਿ ਕਿਹੜਾ ਕੈਂਡੀਡੇਟ ਸਹੀ ਹੈ ਜਾਂ ਗਲਤ ਹੈ। ਮੇਅਰ ਕਿਹਨੇ ਬਣਨਾ ਹੈ ਇਹ ਹਜੇ ਉਹ ਇਹ ਨਹੀਂ ਪਤਾ ਵੀ ਸਾਡੀ ਟਰਨ ਕਿਹੜੀ ਆ ਰਹੀ ਹੈ। ਸੋ ਹਜੇ ਤਾਂ ਵਾਰਡਬੰਦੀ ਦੀ ਨੋਟੀਫਿਕੇਸ਼ਨ ਹੋਈ ਹੈ, ਇਤਰਾਜ਼ ਹੋਣੇ ਆ, ਇਹ ਵੀ ਕੋਰਟ 'ਚ ਜਾਣਗੇ। ਵੋਟਰਸ ਨੂੰ ਕੀ ਕਾਊਂਟ ਕਰਵਾਓਗੇ ਤੁਸੀਂ? ਵੋਟਰ ਨੂੰ ਅਸੀਂ ਤਾਂ ਵੋਟਰਸ ਨੂੰ ਇਹ ਕਹਿਣਾ ਕਿ ਦੇਖੋ ਸਵਰਨ ਜੀ, ਕਿ ਆਫਟਰ 1967 ਇੱਥੇ ਕਾਂਗਰਸ ਦਾ ਪ੍ਰੈਜ਼ੀਡੈਂਟ ਨਹੀਂ ਬਣਿਆ ਤੇ ਨਾ ਹੀ ਕਾਂਗਰਸ ਹੀ ਬਣੀ, ਇੱਥੇ ਹਮੇਸ਼ਾ ਅਕਾਲੀ ਦਲ BJP ਰਹੀ ਹੈ। ਇਨ ਦ ਲਾਸਟ 53 ਇਅਰਸ 53 ਸਾਲ ਇੱਥੇ ਕਾਂਗਰਸ ਦੀ ਕੋਆਪਰੇਸ਼ਨ ਦੇ ਨੇ ਆਏ, ਤੇ ਕਾਂਗਰਸ 80% ਕੰਮ ਇੱਥੇ ਕੋਆਪਰੇਸ਼ਨ ਦਾ ਹੈਗਾ ਕਿ ਸਾਨੂੰ ਮੌਕਾ ਦਿਓ। ਮਾਰਚ 2020 ਤੱਕ ਇਹਨਾਂ ਦਾ ਮੇਅਰ ਰਿਹਾ ਜੀ, ਮਾਰਚ 8 ਤੱਕ। ਤੁਸੀਂ ਮਾਰਚ 8 ਤੋਂ ਲੈ ਕੇ ਤੇ ਅੱਜ ਤੱਕ ਉਹੀ ਬੰਦੇ, ਉਹੀ ਮੁਲਾਜ਼ਮ ਹੈ, ਉਹੀ ਪਾਣੀ ਕੱਢ ਰਹੇ ਹੈ। ਇਹਨਾਂ ਤੋਂ 10 ਸਾਲ ਨਹੀਂ ਕੰਮ ਲਿੱਤਾ ਗਿਆ, ਉਹੀ ਬੰਦੇ ਕੰਮ ਕਰ ਰਹੇ ਪਿਛਲੇ 6 ਮਹੀਨਿਆਂ 'ਚ। ਉਹ ਅਫਸਰ ਤਾਂ ਨਹੀਂ ਬਦਲੇ ਗਏ, ਐਕਸੀਅਨ ਵੀ ਉਹੀ ਹੈ, SC ਵੀ ਉਹੀ ਹੈ, ਤੇ ਸਫਾਈ ਸੇਵਕ ਵੀ ਉਹੀ ਹੈ। ਕਿਉਂ ਇੱਕ ਰੈਵੋਲੂਸ਼ਨ ਆ ਰਹੀ ਆ ਕੰਮ ਕਰਨ ਦੇ ਵਿੱਚ? ਘਰ ਘਰ ਕਲੈਕਸ਼ਨ ਹੋਈ, ਕਾਂਗਰਸ ਗਵਰਨਮੈਂਟ ਨੇ ਸ਼ੁਰੂ ਕੀਤੀ। ਗਾਰਬੇਜ ਡੰਪ ਹੁੰਦੇ ਸੀ ਸਾਰੇ ਸ਼ਹਿਰ ਦੇ ਵਿੱਚ ਕਿ ਲੋਕ ਉਹ ਘਰੋਂ ਰੇਹੜੀ ਵਾਲਾ ਜਾਂਦਾ ਸੀ, ਚੱਕ ਕੇ ਡੰਪ ਕਰਕੇ ਜਮਾਦਾਰ ਸੜਕ ਦੇ ਕੋਨੇ 'ਤੇ ਸਿੱਟ ਦਿੰਦਾ ਸੀ। FM ਸਾਹਿਬ ਨੇ ਕਹਿਤਾ ਕਿ ਮੈਨੂੰ ਕੋਈ ਗਾਰਬੇਜ ਡੰਪ ਨਹੀਂ ਦਿਖਣਾ ਚਾਹੀਦਾ ਸ਼ਹਿਰ 'ਚ, ਘਰੋਂ ਕਲੈਕਸ਼ਨ ਹੋਵੇ, ਇਹੀ ਆਟੋ ਬਾਹਰ ਜਾ ਕੇ ਉਹਦੇ 'ਚ ਕਚਰਾ ਪਲਾਂਟ ਵਿੱਚ ਜਾ ਕੇ ਸਿੱਟੇ ਆਉਣ। ਕਚਰਾ ਪਲਾਂਟ 'ਤੇ ਮੈਂ ਆਉਣਾ, ਜਿੰਦਲਸ ਦਾ ਇਹ ਪਲਾਂਟ ਹੈ, ਇਹਨਾਂ ਨੇ ਤੁਹਾਨੂੰ ਪਤਾ ਕਿ ਇਹਦਾ ਕਚਰਾ ਪਲਾਂਟ ਵੀ ਇੱਕ ਬਹੁਤ ਵੱਡਾ ਇਸ਼ੂ ਸੀਗਾ। ਬਿਲਕੁਲ ਸੀਗਾ। ਅਸੀਂ ਕਿਹਾ ਸੀ ਹਫ਼ਤੇ 'ਚ ਬੰਦ ਕਰ ਦਾਂਗੇ, ਇਸ ਵੇਲੇ ਆਰਬਿਟਰੇਸ਼ਨ 'ਚ ਹੈ। ਤੁਹਾਨੂੰ ਪਤਾ ਕਿ ਸੁਖਬੀਰ ਨੇ ਕੰਟਰੈਕਟ ਕੀਤਾ ਕੋਲੇ ਬਹਿ ਕੇ, ਤੇ ਉਹਦੇ 'ਚ ਐਗਜ਼ਿਟ ਕਲੌਜ਼ ਕੀ ਹੈਗਾ ਕਿ ਜੇ ਅਸੀਂ ਛੱਡ ਕੇ ਗਏ 800 ਕਰੋੜ ਦੀ ਪੈਨਲਟੀ ਹੈ। ਉਹ ਕਹਿੰਦੇ ਉਹ ਤਾਂ ਜਿੱਦਣ ਸਰਕਾਰ ਵਾਲਿਆਂ ਨੇ FM ਸਾਹਿਬ ਨੂੰ ਕਹਿੰਦੇ ਅੱਜ ਹੀ ਬੰਦ ਕਰ ਦਿੰਦੇ ਹਾਂ, ਲਿਆਓ 800 ਕਰੋੜ। ਆਹ ਕਲੌਜ਼, ਆਹ ਕੰਟਰੈਕਟ ਹੈ। ਸਰਕਾਰ ਅੰਦਰ ਬੜੇ ਜਦੋਂ ਕੰਟਰੈਕਟ ਪੜਿਆ ਤਾਂ ਐਵਰੀਥਿੰਗ ਬੈਨੀਫੀਸ਼ੀਅਲ ਟੂ ਦੈਮ। ਸੇਵਾ ਕੇਂਦਰ ਹੈ ਜੀ, ਇਹਨਾਂ ਨੇ ਬੜਾ ਕੀਤਾ ਜੀ, ਅਸੀਂ ਸੇਵਾ ਕੇਂਦਰ ਖੋਲ੍ਹਤੇ ਹਾਂ। ਇਹ ਉਹੀ ਸੇਵਾ ਕੇਂਦਰ ਹੈ ਜਿਨ੍ਹਾਂ ਨੂੰ ਇਹ 200-250 ਕਰੋੜ ਰੁਪਈਆ ਸਾਲ ਦਾ ਸਰਕਾਰ ਦਿੰਦੀ ਸੀ ਅਕਾਲੀ ਦਲ ਵਾਲੇ ਚਲਾਉਣ ਵਾਸਤੇ। FM ਸਾਹਿਬ ਥੱਲੇ ਡਿਪਾਰਟਮੈਂਟ ਸੀ ਰਿਫਾਰਮਸ ਦਾ, ਆਉਣ ਸਾਰੇ ਦਾ ਆਡਿਟ ਹੋਇਆ, ਸਾਰੇ ਡਿਪਟੀ ਕਮਿਸ਼ਨਰਸ ਨੇ ਕੀਤਾ। 1200-1300 ਤੋਂ ਲੈ ਕੇ ਤੇ 300 ਤੇ ਲਿਆਏ ਪਹਿਲਾਂ ਤਾਂ, ਤੇ ਹੁਣ ਉਹ ਉਲਟਾ ਸਰਕਾਰ ਨੂੰ 150-200 ਕਰੋੜ ਰੁਪਏ ਦਿੰਦੇ ਆ। ਤੁਸੀਂ ਇਮੈਜਿਨ ਕਰੋ ਸਵਰਨ ਜੀ ਕਿ ਕਿੱਥੇ ਤਾਂ 250 ਕਰੋੜ ਰੁਪਏ ਪੰਜਾਬ ਸਰਕਾਰ ਉਹਨਾਂ ਨੂੰ ਦੇ ਰਹੀ ਸੀ ਜੀ, ਉਲਟਾ ਉਹ 300 ਤੇ 350 ਤੇ 250 ਕਰੋੜ ਰੁਪਏ ਦੇ ਰਹੇ ਆ। ਆਈ ਮੀਨ ਦੇयर ਇਜ਼ ਅ ਸਕੈਮ ਆਫ ਮੋਰ ਦੈਨ 400-500 ਕਰੋੜ। ਇਹ ਕਿੱਥੇ ਜਾਂਦੀ ਹੈ ਗੱਲ, ਰਾਈਟ? ਤੇ ਉਹਦੀਆਂ ਹਜੇ ਇਨਕੁਆਇਰੀਆਂ ਚੱਲ ਰਹੀਆਂ ਇਸ ਵੇਲੇ। ਸੋ ਇਹ ਤਾਂ ਐਵੇਂ ਠੀਕ ਹੈ, ਇਲੈਕਸ਼ਨਸ ਦੇ ਵਿੱਚ ਕਿਹਾ ਸੀਗਾ, ਬਟ ਆਲਸੋ ਗਿਵ ਕ੍ਰੈਡਿਟ ਟੂ ਅਸ ਕਿ ਜੋ ਗਲਤ ਹੋ ਰਿਹਾ ਸੀ ਉਹਨੂੰ ਸਹੀ ਵੀ ਕਿੰਨਾ ਹੋ ਰਿਹਾ ਹੈਗਾ। ਤੁਸੀਂ ਸ਼ਹਿਰ ਦੇ ਵਿੱਚ ਇਹਨੇ ਲਾਅ ਐਂਡ ਆਰਡਰ ਦੀ ਗੱਲ ਕੀਤੀ, ਬਿਲਕੁਲ ਸ਼ਰਾਬ ਦੇ ਠੇਕਿਆਂ ਦੀ ਗੱਲ ਕੀਤੀ ਕਿ ਇੱਥੇ ਨਜਾਇਜ਼ ਸ਼ਰਾਬ ਵਿਕਦੀ ਹੈਗੀ ਆ। ਇਹਨਾਂ ਨੂੰ ਪੁੱਛੋ ਜੀ ਪਿਛਲੇ 10 ਸਾਲ ਸ਼ਰਾਬ ਦੇ ਠੇਕਿਆਂ ਦਾ ਪਾਰਟਨਰ ਕੌਣ ਸੀ? ਸਰੂਪ ਸਿੰਘਲਾ।
ਸਰੂਪ ਸਿੰਗਲੇ ਦੇ ਭਤੀਜੇ ਦੇ ਸਾਲੇ ਦੇ ਨਾਂ ਤੇ ਠੇਕੇ ਹੁੰਦੇ ਸੀ, 38 ਪੈਸੇ ਦਾ ਸ਼ੇਅਰ ਸੀ। ਮੈਂ ਸਾਰੇ ਠੇਕੇਦਾਰਾਂ ਨਾਲ ਗੱਲ ਕਰਕੇ ਆਇਆ ਇੱਥੇ ਆਉਣ ਤੋਂ ਪਹਿਲਾਂ। ਇਹ ਵੀ ਮੰਦਰ ਚੜ੍ਹ ਜਾਣ ਤੇ ਮੈਂ ਵੀ ਚੜ੍ਹਦਾ। ਇਹ ਦੱਸਦੇ ਵੀ ਇਹਦੇ ਭਤੀਜੇ ਦੇ ਸਾਲੇ ਦਾ 38 ਪੈਸੇ ਹਿੱਸਾ ਸੀਗਾ ਕਿ ਨਹੀਂ ਸੀਗਾ। ਤੇ ਇਹਨਾਂ ਨੂੰ 2017 ਜਦੋਂ ਛੱਡ ਕੇ ਗਏ ਆ, ਇਹਨਾਂ ਨੂੰ 90 ਕਰੋੜ ਦਾ ਘਾਟਾ ਪਿਆ। ਕਿਉਂ ਘਾਟਾ ਪਿਆ? ਨਜਾਇਜ਼ ਸ਼ਰਾਬ ਬਹੁਤ ਵਿਕਦੀ ਸੀ ਇੱਥੇ। ਕਿਹਨੇ 2017 ਚ ਇੱਥੇ ਆ ਕੇ 200 ਪੁਲਿਸ ਦਾ ਫੇਲੀਅਰ ਸੀ ਨਜਾਇਜ਼ ਸ਼ਰਾਬ ਵਿਕਣ ਦਾ? ਪੁਲਿਸ ਕਿਹਦੀ ਸੀ? ਇਹਨਾਂ ਦੀ ਸੀ, ਇਹਨਾਂ ਹੀ ਸਰਕਾਰ ਸੀ। ਮਲੂਕਾ ਇਹਨਾਂ ਦਾ ਪਾਰਟਨਰ ਮਿਨਿਸਟਰ, ਸਰੂਪ ਚੰਦ ਸਿੰਗਲਾ ਚੀਫ ਸੈਕਟਰੀ, ਉਹ ਤੇ ਅਮਰਜੀਤ ਮਹਿਤਾ, ਇਹ 3 ਗਰੁੱਪ ਸੀ, ਸਿਕੰਦਰ ਮਲੂਕਾ ਐਂਡ ਇਹ ਤਿੰਨਾਂ ਦੇ ਸੀ। ਜੇ 2 ਮੰਤਰੀਆਂ ਤੋਂ ਨਹੀਂ ਪੁਲਿਸ ਕੰਟਰੋਲ ਹੋ ਸਕੀ ਤਾਂ ਬਸ ਫਿਰ ਤਾਂ ਦੈਟ ਮੀਨਸ ਦੇयर ਇਜ਼ ਸਮਥਿੰਗ ਹੈਂਕੀ ਪੈਂਕੀ ਗੋਇੰਗ ਔਨ। ਇਲੀਗਲ ਦਾਰੂ ਉਦੋਂ ਵਿਕਦੀ ਸੀ। 2017 ਜਦੋਂ ਸਰਕਾਰ ਆਈ ਹੈ, ਕੋਈ ਵੀ ਲਿਕ ਬਠਿੰਡੇ ਦਾ ਸਰਕਲ ਲੈ ਕੇ ਕੋਈ ਰਾਜੀ ਨਹੀਂ ਸੀਗਾ ਜੀ। ਸਰਕਾਰ ਨੇ ਕੰਪੈਲ ਕੀਤਾ ਫਿਰ ਦੀਪ ਮਲਹੋਤਰੇ ਨੂੰ, ਜੋ ਅਕਾਲੀ ਦਲ ਦਾ ਐਮਐਲਏ ਸੀ, ਕਿ ਤੈਨੂੰ ਚਾਹੀਦਾ ਬਠਿੰਡਾ ਲੈ। ਉਹ ਕਹਿੰਦਾ ਬਠਿੰਡਾ ਤਾਂ ਮੈਂ ਤਾਂ ਬਠਿੰਡੇ ਵੜਨਾ ਹੀ ਨਹੀਂ। ਇਹ ਔਨ ਰਿਕਾਰਡ ਹੈ ਕਿ ਸਭ ਤੋਂ ਲੇਟ ਬਠਿੰਡੇ ਦੀ ਨਿਲਾਮੀ ਹੋਈ ਸੀ ਤੇ ਸਰਕਾਰ ਨੇ ਕਿਹਾ ਸੀ ਪੈਸੇ ਨਹੀਂ ਘਟਾਵਾਂਗੇ, ਸਿਰਫ 10 ਕਰੋੜ ਘਟਾਇਆ ਸੀ। ਦੀਪ ਮਲਹੋਤਰੇ ਠੇਕੇ, ਦੀਪ ਮਲਹੋਤਰੇ ਨੂੰ ਪੁੱਛੋ, ਜੇ ਸਵਰਨ ਜੀ 2017 ਚ ਨਜਾਇਜ਼ ਸ਼ਰਾਬ ਵਿਕਦੀ ਹੁੰਦੀ ਨਾ 18 ਚ, ਫਿਰ ਦੀਪ ਲੋਟਰੀਆਂ ਨਹੀਂ ਸੀ ਪਾਉਂਦਾ ਕਦਵਾਰ ਤੋਂ, ਫਿਰ ਤੁਹਾਨੂੰ ਘਾਟਾ ਪੈਣਾ ਸੀਗਾ ਜੀ। ਉਹਨੇ 12 ਕਰੋੜ ਦੀਆਂ ਲੋਟਰੀਆਂ ਪਾਈਆਂ ਪਿਛਲੇ ਸਾਲ। 99% ਕੰਮ ਕਿਹਦੇ ਕੋਲ ਹੈ ਪਿਛਲੇ 3 ਸਾਲਾਂ 'ਚ? ਦੀਪ ਮਲਹੋਤਰੇ ਕੋਲ ਹੈ। ਕੋਈ ਕਾਟਲ ਹੈ ਇੱਥੇ? ਦੀਪ ਮਲਹੋਤਰੇ ਦਾ ਕੋਈ ਬੰਦਾ ਆ ਕੇ ਕਹਿ ਦੇ ਕਿ ਅੱਜ ਤੱਕ FM ਦੇ ਰਿਸ਼ਤੇਦਾਰ ਦਾ, ਕਿਸੇ ਕਾਂਗਰਸ ਦੇ ਪ੍ਰਧਾਨ ਦਾ, ਜਾਂ ਕਿਸੇ ਕਾਂਗਰਸ MC ਦਾ ਫੋਨ ਗਿਆ ਹੋਵੇ ਕਿ ਆਹ ਬੰਦਾ ਫਲਾਣੇ ਪਿੰਡ ਜਾਂ ਫਲਾਣੇ ਵਾਰਡ ਜਾਂ ਫਲਾਣੇ ਬਸਤੀ ਨਜਾਇਜ਼ ਸ਼ਰਾਬ ਵੇਚਦਾ ਸੀ, ਇਹਨੂੰ ਛੱਡ ਦਿਓ। ਕਿਸੇ SHO ਨੂੰ ਫੋਨ ਕਰ ਲਓ ਤੇ ਹੁਣੇ ਕਰੋ, ਚਾਹੇ ਸਪੀਕਰ ਫੋਨ ਆਨ ਕਰ, ਯਾਰ ਵੀ ਜੋ ਉਹਦਾ ਫੋਨ ਕਿੰਨੀ ਵਾਰ ਆਇਆ ਕਿਸੇ ਨਜਾਇਜ਼, ਅੱਜ ਤੱਕ ਨਹੀਂ ਫੋਨ ਗਿਆ। ਕੋਈ ਬਿਜ਼ਨਸਮੈਨ ਸ਼ਰਾਬ ਦਾ ਠੇਕੇਦਾਰ ਦੂਜੀ ਵਾਰ ਨਹੀਂ ਜੀ ਅਪਲਾਈ ਕਰਦਾ ਉਸ ਏਰੀਆ 'ਚ ਜੇ ਉਹਨੂੰ ਕੋਈ ਤੰਗ ਕਰ ਰਿਹਾ ਹੋਵੇ। ਸੋ ਟੌਪਿਕ ਤਾਂ ਵੈਸੇ ਮੈਂ ਤੁਹਾਨੂੰ ਇਸ ਸ਼ਰਾਬ ਦੇ ਬਾਰੇ ਕੁਐਸਚਨ ਤੁਹਾਨੂੰ ਨਹੀਂ ਕਰੂੰਗਾ, ਕਿਉਂਕਿ ਟੌਪਿਕ ਜਿਹੜਾ ਉਹ ਬਿਕੋਜ਼ ਤੁਸੀਂ ਗਵਰਨਮੈਂਟ 'ਚ ਨਹੀਂ ਹੋ, ਯੂ ਆਰ ਰਿਪਰੈਜ਼ੈਂਟੇਟਿੰਗ ਮਨਪ੍ਰੀਤ ਸਿੰਘ ਬਾਦਲ ਦੇ ਰਿਪਰੈਜ਼ੈਂਟੇਟਿਵ। ਪਰ ਤੁਹਾਡੇ ਨਾਲ ਤਾਂ ਮੈਂ ਗੱਲ ਕਰ ਰਿਹਾ ਕਿਉਂਕਿ ਤੁਹਾਡਾ ਨਾਂ ਬੜਾ ਚਰਚਾ 'ਚ ਹੈਗਾ, ਕਿਉਂਕਿ ਗੱਲ ਕਰਨੀ ਬਣਦੀ ਸੀ। ਮੇਰੇ ਤੋਂ ਸ਼ੁਰੂ ਹੁੰਦਾ, ਮੇਰੀ ਮਾਲਾ ਜਪਦਾ ਰਹਿੰਦਾ ਹੈ, ਮੇਰੇ ਤੋਂ ਸ਼ੁਰੂ ਹੁੰਦਾ, ਮੇਰੇ ਤੋਂ ਖਤਮ ਹੋ ਜਾਂਦਾ ਵੀ ਤੁਸੀਂ ਇਲੈਕਸ਼ਨ ਮਨਪ੍ਰੀਤ ਬਾਦਲ ਦੇ ਖਿਲਾਫ ਲੜਿਆ ਜੀ, ਰਾਈਟ? ਤੇ ਸਵਾਲ ਉਹਨਾਂ ਨੂੰ ਕਰੋ ਉਸ ਸਟੇਜ 'ਤੇ ਜੋ ਮੈਂ ਤਾਂ ਕਹਿੰਦਾ ਮੈਨੂੰ ਆਈ ਸ਼ੁਡ ਨਾਟ ਬੀ ਯੂਜ਼ਿੰਗ ਦਿਸ ਲੈਂਗੁਏਜ ਕਿ ਕਹਿੰਦੇ ਨਾ ਵੀ ਮੈਂ ਤਾਂ ਲੋਕਾਂ ਨੂੰ ਹੱਸਦਾ ਹੁੰਦਾ, ਸਾਰੇ ਕਾਂਗਰਸ ਦੇ ਸਾਡੇ ਲੀਡਰਸ ਨੂੰ, ਕਿ ਇੱਥੇ ਬਠਿੰਡੇ 'ਚ ਜੇ ਕੋਈ ਕਿਸੇ ਥੱਲੇ ਗੱਡੀ ਥੱਲੇ ਕੋਈ ਕੁੱਤਾ ਵੀ ਆ, ਕਹਿੰਦੇ ਜੋ ਨੇ ਮਾਰਤਾ ਇਹਦੇ ਕਰਕੇ ਹੋਇਆ। ਨਹੀਂ, ਇਟਸ ਨਾਟ ਦੈਟ। ਇਫ ਆਈ ਰਿਪਰੈਜ਼ੈਂਟ, ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਜੀ। ਮਨਪ੍ਰੀਤ ਬਾਦਲ ਦਾ ਇੱਕ ਨਾਮ ਹੈ, ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ। ਕਾਂਗਰਸ ਪਾਰਟੀ ਨੇ ਜੇ ਇੰਨੀ ਇੱਜ਼ਤ ਦਿੱਤੀ ਹੈ, ਜੇ ਇੱਥੋਂ ਦੇ ਲੋਕਲ ਲੀਡਰਸ ਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਹੈ, ਤੁਸੀਂ ਕਾਂਗਰਸ ਦੇ ਵਰਕਰਸ ਨੂੰ ਜਾ ਕੇ ਪੁੱਛੋ। ਸੋ ਬਹੁਤ ਬਹੁਤ ਧੰਨਵਾਦ ਜੋ ਜੀ ਤੁਸੀਂ ਮੈਨੂੰ ਜਿਹੜਾ ਕੋਈ ਸਵਾਲਾਤ ਸੀਗੇ ਉਹਨਾਂ ਦਾ ਆਪਣੇ ਜਵਾਬ ਦਿੱਤੇ ਨੇ। ਦਰਸ਼ਕੋ, ਕੁਛ ਇਹੋ ਜਿਹੇ ਸਵਾਲਾਤ ਨੇ, ਮੇਰੀ ਕੋਸ਼ਿਸ਼ ਰਹੇਗੀ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਜਲਦ ਮੁਲਾਕਾਤ ਕਰਕੇ ਉਹਨਾਂ ਸਵਾਲਾਂ ਦੇ ਜਵਾਬ ਵੀ ਤੁਹਾਡੇ ਤੱਕ ਲੈ ਕੇ ਦਿਆਂ। ਸੋ ਸਵਾਲ ਮੇਰੇ ਸਨ, ਜਵਾਬ ਜੈਜੀਤ ਸਿੰਘ ਜੌਲ ਜਾਨੀ ਕਿ ਜੋ ਜੌਲ ਦੇ ਸੀਗੇ। ਸੋ ਇਹਨਾਂ ਦੇ ਉੱਤੇ ਡਿਸਾਈਡ ਤੁਸੀਂ ਕਰਨਾ ਕਿ ਇਹਨਾਂ ਨੇ ਕਿੰਨਾ ਕੁ ਜਸਟੀਫਾਈ ਕੀਤਾ। ਇੱਕ ਹੋਰ ਸ਼ਖਸੀਅਤ ਦੇ ਨਾਲ ਜਲਦ ਮੁਲਾਕਾਤ ਹੋਏਗੀ। ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ? ਸਾਡਾ YouTube ਚੈਨਲ ਸਬਸਕ੍ਰਾਈਬ ਕਰਿਓ, Facebook ਪੇਜ ਲਾਈਕ ਕਰਿਓ ਤੇ ਥੱਲੇ ਕਮੈਂਟ ਜ਼ਰੂਰ ਕਰਿਓ, ਸ਼ੇਅਰ ਵੀ ਹੋ ਸਕੇ ਤਾਂ ਜ਼ਰੂਰ ਕਰਨਾ। ਧੰਨਵਾਦ। ਇੱਕ ਨਵੀਂ ਸ਼ਖਸੀਅਤ ਦੇ ਨਾਲ ਜਲਦ ਮਿਲਦੇ ਹਾਂ।